ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਚਰਨ ਤਾਂ ਪਰ ਸਕਿਆਥ ਚਰਨ ਗੁਰ ਅਮਰ ਪਵਿੱਲਰੈ ਹੱਥ ਤਾਂ ਪਰ ਸਕਿਆਥ ਹੱਥ ਲੱਗਹਿ ਗੁਰ ਅਮਰ ਪੈ ਜੀਹ ਤਾਂ ਪਰ ਸਕਿਆਥ ਜੀਹ ਗੁਰ ਅਮਰ ਪਣਿਜੈ ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਾਂ ਪਰ ਸਕਿਆਥ ਸ਼ਰਵਣ ਗੁਰ ਅਮਰ ਸੁਣਿਜੈ ਸਕਿਆਥ ਸੋਹੀਓ ਜਿਤ ਹੀ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਭੈ ਗੁਰ ਅਮਰ ਨਿਤ ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਭੈ ਗੁਰ ਅਮਰ ਨਿਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਇਕ ਸੋਗੀ ਇਕ ਰੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਹੈ ਇਕ ਸੋਗੀ ਇਕ ਰੋਗ ਵਿਆਪੇ
ਜੋ ਕਿਛ ਕਰੇ ਸੋ ਆਪੇ ਆਪੇ। ਭਗਤ ਭਾਉ ਗੁਰ ਕੀ ਮਤ ਪੂਰੀ। ਅਨਹਦ ਸ਼ਬਦ ਲਖਾਈ ਹੈ। ਇਕ ਨਾਂਗੇ ਭੂਖੇ ਭਵਹਿ ਪਵਾਏ। ਇਕ ਹਠ ਕਰ ਮਰਹਿ ਨ ਕੀਮਤ ਪਾਏ। ਗਤ ਅਵਗਤ ਕੀ ਸਾਰ ਨ ਜਾਣੈ। ਬੂਝੈ ਸ਼ਬਦ ਕਮਾਈ ਹੈ। ਇਕ ਤੀਰਥ ਨਾਵਹਿ ਅੰਨ ਨ ਖਾਵਹਿ। ਇਕ ਅਗਨ ਜਲਾਵਹਿ ਦੇਖ ਪਾਵਹਿ। ਰਾਮ ਨਾਮ ਬਿਨ ਮੁਕਤ ਨ ਹੋਈ। ਕਿਤ ਬਿਦ ਪਾਰ ਲੰਘਾਈ ਹੈ। ਗੁਰਮਤਿ ਛੋਡਹਿ ਉਜੜ ਜਾਈ। ਮਨ ਮੁਖ ਰਾਮ ਨ ਜਪੈ ਅਵਾਈ। ਪਚ ਪਚ ਬੂਢਹਿ ਕੂੜ ਕਮਾਵਹਿ। ਕੂੜ ਕਾਲ ਬੈਰਾਈ ਹੈ। ਹੁਕਮੇ ਆਵੈ ਹੁਕਮੇ ਜਾਵੈ। ਹੁਕਮੈ ਬੂਝੈ ਬੂਝੈ ਹੁਕਮ। ਸੋ ਸਾਚ ਸਮਾਵੈ। ਨਾਨਕ ਸਾਚ ਮਿਲੈ ਮਨ ਭਾਵੈ। ਗੁਰਮੁਖ ਕਾਰ ਕਮਾਈ ਹੈ। ਹੁਕਮੇ ਆਵੈ ਹੁਕਮੇ ਜਾਵੈ। ਬੂਝੈ ਹੁਕਮ ਸੋ ਸਾਚ ਸਮਾਵੈ। ਨਾਨਕ ਸਾਚ ਮਿਲੈ ਮਨ ਭਾਵੈ। ਗੁਰਮੁਖ ਕਾਰ ਕਮਾਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਸਮਰੱਥ ਬਾਣੀ ਕੇ ਬੋਹਿਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਸਥਾਨ ਚਰਨ ਛੋਹ ਧਰਤੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਆਪ ਸੰਗਤਾਂ ਮਾਰੂ ਰਾਗ ਦੇ ਵਿੱਚੋਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਤੇ ਅੱਜ ਨਾਲ ਹੀ ਭੱਲੇ ਅਮਰਦਾਸ ਗੁਣ ਤੇਰੇ
तेरी उपमा तोहे बण आवै। धन धन सतगुरु श्री गुरु अमरदास पातशाह महाराज जी का अज ज्योति जो समान का दिवस दिहाड़ा भी है। सो आपां जिथे गुरबाणी की विचार श्रवण करनी है, नाल धन सतगुरु श्री गुरु अमरदास पातशाह महाराज जिन्हां ने अपने जीवन दे विच सानू पावन उपदेश बख्शिश कीता। इहो जे कौतक कीते। लोक भलाई दे काम भी पातशाह ने बहुत सारे कीते ने, जिथे नाम बाणी दे नाल संगतां नूं जोड़िया, लुकाई दा भला कीता। उत्थे इहो जिहड़े कर्म सन जिहदे राहीं जिवें आपां सती प्रथा कह दईए ते इसे तरह पड़दे वाली रस्म इत्यादक इहो जिहियां रस्मां सतगुरू जी ने बंद करवाइयां सन। सो धन गुरु अमरदास पातशाह महाराज जीवन संबंधी भी आपां विचार श्रवण करनी है। सो आओ नाल आपां गुरबाणी की विचार श्रवण करांगे। आओ अपनियां मन बिरतियां नूं एकागर करिए, ध्यान गुरु चरणां नाल जोड़ीए ते गुरु महाराज जी दे पावन उपदेश नूं हिरदियां विच वसा के अपना जीवन सफला करिए। करो सारे अपनी रसना पवित्र, आखो जी सतनाम। श्री वाहिगुरु साहिब जी सतनाम। श्री वाहिगुरु साहिब जी। इक सोगी इक रोग व्यापे, जो किश करे सो आपे आपे। धन धन साहिब श्री गुरु नानक देव महाराज जी 1025 अंक ते सतगुरु जी 12वें पदे द्वारा बख्शिश करते हैं। गुरु साहबान जी अज दे पावन शब्द द्वारा दस रहे ने कि जदों संसार वल वेखीदा ते संसार दे लोकां दी हालत इहो जिही है, एक सोगी एक रोग व्यापे। सो कहंदे ने जिवें जीवन है मन करके दुखी होना, मन करके दुखी होना ते दूजा शरीर नूं कोई रोग इत्यादक चिमड़ जाना। अजोके समय दे विच जे आपां अपने मनां वल झातियां मारीए, देखना करिए ते आपां मन करके भी दुखी हाँ ते तन करके भी दुखी हाँ। बहुत तादाद विच साडी 99% इहो जी हालात हो गए ने। साडा खाना पीना वातावरण इहो जिहा हो गया है कि घर घर दे विच मैडिसन है। मैडिसन दे राही ही अज अजोके समय साडे शरीर चल रहे ने। ते गुरु साहबान कहंदे एक सोगी एक ऐसे ने जिन्हां नूं कहंदे सोग ने, मन करके दुखी ने, सोगी हन। हर समय अंदरों अंदर ही सड़ते बलते रहंदे ने, मन का रोग लग्या होया। ते इस तरह वो मन करके रोगी होने करके गुरु सरे इस तरह दुखी हुंदे ने। एक ऐसे जिन्हों जिहदे शरीर नूं आके इहो जिहे रोग चिमड़ गए जिन्हां रोगां दा इलाज नहीं है। ते गुरु साहबान कहंदे ने जे बड़े तो बड़ा रोग भी होवे ना, तू प्रभु दे चरनां च गुरु दे चरनां च अरदास बेनती कर ते गुरु विच ये ताकत है ते गुरु तेरे बड़े बड़े रोगां नूं ठीक कर सकदा है। पर गल ये है तू शरण तक परमात्मा दी, शरण तक गुरु दी। जे तू सही टिकाणे ते पहुँच गया तो गुरु ने कृपा करके तेरे बड़े बड़े रोग ठीक कर देने ने। देखो पंजवें पातशाह महाराज के बचन आप पढ़ते हैं। सतगुरु कहते ने वैदो ना बाई, भैणो ना भाई, एको सहाई राम है।
कीता जिस होवै पापा मल धोवै सो सिमरोह प्रधान है। सतगुरु जी वचन करते हैं कि वैदो ना बाई, कि ना कोई वैद ना बाई दवाई काम करनी है, ना किसी भैन ने ना किसी भरा ने इत्यादि मित्र सज्जन ने किसी ने सहायता नहीं करनी। ते सहायता करने वाला कौन है? एको सहाई राम है, जिहड़ा राम सारियां थावां ते रमिया होया, जिन्हों आपां वाहिगुरू आखदे हां, अल्लाह आखदे हां, खुदा आखदे हां। बखरे बखरे परमात्मा दे नाम ने पर परमात्मा एक है। सतगुरु कहंदे ओ वैद, कहंदे ना उत्थे वैद दी सियाणप चलदी है, ना उहदी दित्ती हुई दवाई चल सकदी है। जदों सारियां पासों हत्थ खड़े हो जाण, कहंदे परमात्मा दा सहारा तक लवे ते परमात्मा फिर सहायता करदा है। वैदो ना बाई भैणो ना भाई एको सहाई राम है। कीता जिस होवै पापा मल धोवै सो सिमरो प्रधान है। क्योंकि सब कुछ कीता होया परमात्मा दा है। जो साडे शरीर उत्ते दुख आ रहे ने, सुख आपां भोग रहे हैं, जो कुछ भी है साडे कर्मां अनुसार देण वाला परमात्मा है। सुख दुख दोए दर कपड़े ਪਹਿਰੈ ਜਾਏ ਮਨੁੱਖ, ਆਪਾਂ ਪਹਿਨ ਰਹੇ ਹਾਂ। ਜਿਵੇਂ ਇੱਕ ਵਸਤਰ ਸਾਡਾ ਮੈਲਾ ਹੋ ਗਿਆ, ਇੱਕ ਦਿਨ ਇੱਕ ਬਦਲਿਆ, ਦੂਜੇ ਦਿਨ ਦੂਸਰਾ ਸੂਟ ਪਾ ਲਿਆ। ਇਸੇ ਤਰ੍ਹਾਂ ਹੀ ਗੁਰੂ ਸਵਾਰੇ ਸਾਡੇ ਜਿਹੜੇ ਇਹ ਦੁੱਖ ਅਤੇ ਸੁੱਖ ਸਾਡੇ ਸਰੀਰ ਨੂੰ ਲੱਗੇ ਹੋਏ ਨੇ। ਪਰ ਜਦੋਂ ਆਪਾਂ ਸਤਿਗੁਰ ਦੀ ਸ਼ਰਨ ਤੱਕ ਲਈਏ, ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਈਏ, ਓਟ ਆਸਰਾ ਤੱਕ ਲਈਏ, ਅਤੇ ਵੱਡੇ ਤੋਂ ਵੱਡੇ ਰੋਗਾਂ ਦਾ ਇਲਾਜ ਕਰਨ ਵਾਲੇ ਸਾਡੇ ਗੁਰੂ ਸਾਹਿਬਾਨ ਜੀ ਹਨ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਨਾ ਕਿ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਅਤੇ ਗੁਰੂ ਤਾਂ ਐਡਾ ਵੱਡਾ ਵੈਦ ਹੈ, ਅਤੇ ਗੁਰੂ ਤਾਂ ਜਮਾਂ ਦੀਆਂ ਫਾਹੀਆਂ ਨੂੰ ਕੱਟਣ ਵਾਲਾ ਹੈ। ਸਰੀਰਕ ਰੋਗ ਤਾਂ ਦੂਰ ਕਰਨਾ ਉਹ ਛਿਣ ਮਾਤਰ ਦਾ ਕੰਮ ਉਹਦਾ। ਉਹ ਤਾਂ ਸਾਡੀਆਂ ਜਮਾਂ ਦੀਆਂ ਫਾਹੀਆਂ ਕੱਟ ਦਿੰਦਾ ਹੈ। ਇਸ ਕਰਕੇ ਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਰੋਗੀ ਕਾ ਪ੍ਰਵਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਹੇ ਵਾਹਿਗੁਰੂ, ਆਪ ਜੀ ਪ੍ਰਭੂ ਜੀ ਕਿਰਪਾ ਕਰੋ, ਰੋਗੀ ਦੇ ਰੋਗ ਨੂੰ ਖੰਡਣ ਵਾਲੇ ਹੋ, ਦੁਖੀਆਂ ਦੇ ਸੋਗ ਨੂੰ ਮਿਟਾਉਣ ਵਾਲੇ, ਦੁੱਖ ਨੂੰ ਦੂਰ ਕਰਨ ਵਾਲੇ ਹੋ। ਅਤੇ ਮਾਲਕ ਜੀ ਮੇਰੇ ਉੱਤੇ ਬਖਸ਼ਿਸ਼ ਕਰੋ। ਜਿਸ ਗੁਰੂ ਸਾਹਿਬਾਨ ਦਾ ਅੱਜ ਆਪਾਂ ਜੋਤੀ ਜੋਤ ਸਮਾਉਣ ਦਾ ਦਿਹਾੜਾ ਮਨਾ ਰਹੇ ਹਾਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਉਹ ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਵੱਡੇ ਵੱਡੇ ਰੋਗੀਆਂ ਦੇ ਰੋਗ ਦੂਰ ਕੀਤੇ ਨੇ। ਵੱਡੇ ਵੱਡਿਆਂ ਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ। ਜੇ ਆਪਾਂ ਸਰੀਰ ਦੀ ਗੱਲ ਕਰੀਏ, ਸਰੀਰਕ ਰੋਗ ਲੱਗਿਆ ਹੋਇਆ, ਇਤਿਹਾਸ ਦੇ 'ਚ ਇੱਕ ਸਿੱਖ ਆਉਂਦਾ ਜਿਹਦਾ ਨਾਮ ਹੈ ਲੰਗੜਾ ਸਿੱਖ ਕਰਕੇ ਲਿਖਣਾ ਕੀਤਾ ਹੈ। ਨਿਤਾ ਪ੍ਰਤੀ ਆਪਣੇ ਘਰੋਂ ਖਿਚੜੀ ਤਿਆਰ ਕਰਦਾ ਅਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਦਾ, ਸਤਿਗੁਰੂ ਨੂੰ ਉਹ ਖਿਚੜੀ ਭੇਟਾ ਕਰਦਾ ਅਤੇ ਸਤਿਗੁਰੂ ਉਹ ਖਿਚੜੀ ਛਕਦੇ ਨੇ। ਨਿਤ ਦਾ ਨਿਯਮ ਬਣਿਆ ਹੋਇਆ। ਕਹਿੰਦੇ ਨੇ ਲੰਗੜਾ ਹੈ, ਫੋੜੀ ਦੇ ਸਹਾਰੇ ਤੁਰਦਾ। ਇੱਕ ਦਿਨ ਇਹ ਗੁਰੂ ਅਮਰਦਾਸ ਪਾਤਸ਼ਾਹ ਲਈ ਖਿਚੜੀ ਤਿਆਰ ਕੇ ਘਰੋਂ ਚੱਲਿਆ। ਜਦੋਂ ਰਸਤੇ ਵਿੱਚ ਆ ਰਿਹਾ ਅਤੇ ਨਗਰ ਦੇ ਚੌਧਰੀ ਨੇ ਇਹਨਾਂ ਹਾਸ ਮਜ਼ਾਕ ਕੀਤਾ। ਇਹਦੀ ਜਿਹੜੀ ਡੰਗੋਰੀ ਸੀ ਜਿਹਦੇ ਸਹਾਰੇ ਇਹ ਤੁਰਦਾ ਸੀ, ਉਹ ਪਕੜ ਲਈ। ਦਵੇ ਨਾ ਇਹ ਮਿੰਨਤਾਂ ਕਰੇ ਕਿ ਚੌਧਰੀ ਸਾਹਿਬ ਤੁਸੀਂ ਮੇਰੀ ਇਹ ਡੰਗੋਰੀ ਦੇਣਾ ਕਰੋ, ਮੇਰਾ ਸਹਾਰਾ ਹੈ, ਇਹ ਤੋਂ ਬਿਨਾਂ ਮੈਂ ਤੁਰ ਨਹੀਂ ਸਕਦਾ ਹਾਂ। ਅਤੇ ਇਹ ਇਸ ਤਰ੍ਹਾਂ ਬਾਰ-ਬਾਰ ਮਿੰਨਤਾਂ ਤਰਲੇ ਕਰ ਰਿਹਾ ਪਰ ਨਹੀਂ ਦੇ ਰਿਹਾ। ਕਹਿਣ ਲੱਗਿਆ ਕਿ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਪਹੁੰਚਣਾ ਹੈ, ਸਤਿਗੁਰੂ ਮੇਰੀ ਉਡੀਕ ਕਰ ਰਹੇ ਨੇ, ਸਤਿਗੁਰ ਦਾ ਖਿਚੜੀ ਛਕਣ ਦਾ ਸਮਾਂ ਹੋ ਗਿਆ ਹੈ, ਜੇ ਕਿਤੇ ਨਹੀਂ ਪਹੁੰਚਿਆ ਤਾਂ ਇਸ ਕਰਕੇ ਮੈਨੂੰ ਪਾਪ ਲੱਗੇਗਾ।
ਤੇ ਚੌਧਰੀ ਨੇ ਅੱਗੋਂ ਤਾਨਾ ਮਾਰਨਾ ਕੀਤਾ, ਕਹਿਣ ਲੱਗਿਆ ਇੰਨਾ ਸਮਾਂ ਹੋ ਗਿਆ ਤੈਨੂੰ ਆਪਣੇ ਗੁਰੂ ਕੋਲ ਜਾਂਦਿਆਂ ਨੂੰ, ਤੇਰਾ ਗੁਰੂ ਤੇਰੀ ਲੱਤ ਤਾਂ ਠੀਕ ਨਹੀਂ ਕਰ ਸਕਿਆ। ਉਸ ਗੁਰੂ, ਇਹੋ ਜਿਹੇ ਗੁਰੂ ਧਾਰਨ ਦਾ ਕੀ ਫਾਇਦਾ। ਨਾਲੇ ਡੰਗੋਰੀ ਦਿੱਤੀ, ਨਾਲੇ ਇਹ ਤਾਨਾ ਮਾਰਿਆ। ਤਾਨਾ ਗੁਰੂ ਸਵਾਰਿਓ ਮਨ ਨੂੰ ਚੁੱਭ ਗਿਆ, ਅੰਦਰ ਖੁੱਭ ਗਿਆ ਤੇ ਕਹਿਣ ਲੱਗਿਆ ਕਿ ਦੇਖ ਭਰਾਵਾ ਚੌਧਰੀ ਸਾਹਿਬ, ਗੁਰੂ ਤਾਂ ਮੇਰਾ ਸਮਰੱਥ ਹੈ, ਗੁਰੂ ਸਰਬ ਸ਼ਕਤੀਮਾਨ ਹੈ। ਜੇ ਮੈਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਿਆਂ ਗੁਰੂ ਨੇ ਛਿਣ ਮਾਤਰ ਦੇ ਵਿੱਚ ਮੇਰਾ ਇਹ ਰੋਗ ਠੀਕ ਕਰ ਦੇਣਾ ਏ। ਪਰ ਗੱਲ ਇਹ ਹੈ ਕਿ ਮੈਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਕਦੇ ਬੇਨਤੀ ਨਹੀਂ ਕੀਤੀ ਕਿ ਪਾਤਸ਼ਾਹ ਮੇਰਾ ਰੋਗ ਠੀਕ ਕਰੋ। ਮੈਂ ਤਾਂ ਕਦੀ ਆਖਿਆ ਨਹੀਂ ਸਤਿਗੁਰ ਨੂੰ, ਸਤਿਗੁਰ ਨੇ ਪੁੱਛਿਆ ਨਹੀਂ, ਮੇਰਾ ਧਿਆਨ ਬਿਲਕੁਲ ਨਹੀਂ ਕਿ ਮੇਰੀ ਲੱਤ ਖਰਾਬ ਹੈ, ਇਸ ਕਰਕੇ ਮੈਂ ਆਖਣਾ ਨਹੀਂ ਕੀਤਾ। ਕਹਿੰਦੇ ਡੰਗੋਰੀ ਲੈ ਕੇ ਇਸ ਤਰ੍ਹਾਂ ਗੁਰੂ ਸਵਾਰਿਓ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚਿਆ। ਉੱਧਰ ਸਤਿਗੁਰੂ ਉਡੀਕ ਕਰ ਰਹੇ, ਸਮਾਂ ਉੱਤੇ ਹੋ ਗਿਆ ਤੇ ਪਾਤਸ਼ਾਹ ਪੁੱਛਦੇ ਨੇ, ਜਦੋਂ ਮੱਥਾ ਟੇਕਿਆ ਆ ਕੇ ਸਿੱਖ ਨੇ, ਕਹਿਣ ਲੱਗੇ ਹਾਂ ਭਾਈ ਸਿੱਖਾ ਕੀ ਗੱਲ ਹੈ, ਅੱਜ ਤੈਨੂੰ ਬੜੀ ਦੇਰੀ ਹੋ ਗਈ ਆਉਣ ਦੇ ਲਈ। ਤੇ ਸਾਰੀ ਗਾਥਾ ਦੱਸੀ ਕਿ ਪਾਤਸ਼ਾਹ ਮੈਂ ਤਾਂ ਆਪਣੇ ਨਿੱਤ ਦੇ ਨਿਯਮ ਮੁਤਾਬਕ ਆਪਣੇ ਘਰੋਂ ਚੱਲਿਆ ਸੀ, ਪਰ ਨਗਰ ਦੇ ਚੌਧਰੀ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਏ ਤੇ ਮੈਨੂੰ ਆਖਣਾ ਕੀਤਾ ਕਿ ਜਿਸ ਗੁਰੂ ਕੋਲ ਤੂੰ ਜਾਂਦਾ ਤੇਰਾ ਗੁਰੂ ਤੇ ਲੱਤ ਨਹੀਂ ਠੀਕ ਕਰ ਸਕਦਾ। ਅੱਗੋਂ ਮੈਂ ਉੱਤਰ ਦੇਣਾ ਕੀਤਾ ਕਿ ਗੁਰੂ ਦੇ ਚਰਨਾਂ 'ਚ ਮੈਂ ਤਾਂ ਬੇਨਤੀ ਨਹੀਂ ਕੀਤੀ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਸਾਨੂੰ ਤਾਂ ਚੇਤਾ ਹੈ, ਭੁੱਲਿਆ ਸੀ ਤੇਰੀ ਲੱਤ ਖਰਾਬ ਹੈ ਭਾਈ। ਕਹਿੰਦੇ ਜਾ ਭਾਈ, ਇੱਥੇ ਸ਼ਾਹ ਹੁਸੈਨ ਨਾਮੇ ਫਕੀਰ ਰਹਿੰਦਾ ਏ, ਉਸ ਫਕੀਰ ਦੇ ਕੋਲ ਜਾ, ਉਹਨੂੰ ਕਹਿ ਗੁਰੂ ਅਮਰਦਾਸ ਪਾਤਸ਼ਾਹ ਮੈਨੂੰ ਭੇਜਣਾ ਕੀਤਾ, ਮੇਰੀ ਲੱਤ ਠੀਕ ਕਰੋ। ਜਦੋਂ ਗੁਰੂ ਸਵਾਰੇ ਇਹ ਸਤਿਗੁਰੂ ਦਾ ਹੁਕਮ ਪਾ ਕੇ ਸ਼ਾਹ ਹੁਸੈਨ ਫਕੀਰ ਦੇ ਕੋਲ ਗਿਆ, ਇਹ ਥੋੜ੍ਹਾ ਗੁੱਸੇ ਵਾਲਾ ਸੀ। ਜਦੋਂ ਇਹਦੇ ਕੋਲ ਕੋਈ ਆਉਂਦਾ ਸੋਟੀ ਚੁੱਕ ਕੇ ਮਗਰ ਦੌੜਦਾ ਹੁੰਦਾ ਸੀ, ਮਸਤ ਸੁਭਾਅ ਵਾਲਾ ਸੀ। ਸਿੱਖ ਨੇ ਜਾ ਕੇ ਮੱਥਾ ਟੇਕਿਆ ਤੇ ਕਹਿਣ ਲੱਗੇ ਫਕੀਰ ਜੀ, ਮੈਨੂੰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਭੇਜਣਾ ਕੀਤਾ ਏ, ਆਪ ਜੀ ਕਿਰਪਾ ਕਰੋ ਮੇਰੀ ਲੱਤ ਠੀਕ ਕਰਨਾ ਕਰੋ। ਜਦੋਂ ਸ਼ਾਹ ਹੁਸੈਨ ਨੇ ਇਹ ਸੁਣਿਆ, ਕਹਿੰਦੇ ਸੋਟੀ ਚੁੱਕੀ, ਸੋਟੀ ਚੁੱਕ ਕੇ ਸਿੱਖ ਦੇ ਮਗਰ ਦੌੜ ਪਿਆ ਤੇ ਸਿੱਖ ਅੱਗੇ ਅੱਗੇ ਤੇ ਇਹ ਸ਼ਾਹ ਹੁਸੈਨ ਪਿੱਛੇ ਪਿੱਛੇ। ਜੋ ਥੋੜ੍ਹੀ ਦੂਰੀ 'ਤੇ ਗਿਆ ਤੇ ਗੁਰੂ ਸਵਾਰੇ ਜਿਹੜੀ ਇਹ ਲੱਤ ਲੰਗੜਾ ਕੇ ਤੁਰਦਾ ਸੀ, ਇਹਦੀ ਲੱਤ ਬਿਲਕੁਲ ਠੀਕ ਹੋ ਗਈ, ਤੰਦਰੁਸਤ ਹੋ ਗਿਆ। ਵਾਪਸ ਆਇਆ, ਸ਼ਾਹ ਹੁਸੈਨ ਦਾ ਧੰਨਵਾਦ ਕਰਨ ਲੱਗਿਆ। ਸ਼ਾਹ ਹੁਸੈਨ ਕਹਿਣ ਲੱਗਿਆ ਕਿ ਭਾਈ ਧੰਨਵਾਦ ਮੇਰਾ ਨਾ ਕਰ, ਧੰਨਵਾਦ ਕਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ। ਗੁਰੂ ਪਾਤਸ਼ਾਹ ਦਾ ਇਹ ਬਿਰਦ ਹੈ ਕਿ ਆਪਣੇ ਸੇਵਕਾਂ ਨੂੰ ਸਤਿਗੁਰੂ ਵਡਿਆਈ ਦੇ ਦਿੰਦੇ ਨੇ। ਤੇ ਜਿਹੜਾ ਸਰੀਰਕ ਰੋਗ ਠੀਕ ਕਰਨਾ, ਮਨ ਦਾ ਰੋਗ ਠੀਕ ਕਰਨਾ, ਇਹ ਤਾਕਤ ਸਾਡੇ ਵਿੱਚ ਨਹੀਂ ਹੈ, ਇਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵਿੱਚ ਨੇ। ਤੂੰ ਗੁਰੂ ਅਮਰਦਾਸ ਪਾਤਸ਼ਾਹ ਜਾ ਕੇ ਧੰਨਵਾਦ ਕਰਨਾ ਕਰ। ਤੇ ਸਤਿਗੁਰੂ ਇਸ ਤਰ੍ਹਾਂ ਤੇ ਰੋਗਾਂ ਦਾ ਨਿਵਰਤੀ ਕਰਦੇ ਨੇ। ਪਤਾ ਨਹੀਂ ਕਿੰਨਿਆਂ ਦੇ ਰੋਗ ਦੂਰ ਕੀਤਾ ਪਾਤਸ਼ਾਹ ਨੇ, ਤਨ ਦਾ ਰੋਗ ਵੀ ਤੇ ਮਨ ਦਾ ਰੋਗ ਵੀ। ਹੋਰ ਬਹੁਤ ਸਾਰੀਆਂ ਗਥਾਵਾਂ ਪਾਤਸ਼ਾਹ ਜੀਰੋਂ ਵਿੱਚੋਂ ਆਉਂਦੀਆਂ ਨੇ। ਇੱਕ ਪ੍ਰੇਮਾ ਨਾਮੇ ਗੁਰੂ ਸਰ ਜੀ ਦਾ ਪ੍ਰੇਮਾ ਕੋੜੀ ਇਤਿਹਾਸਕਾਰਾਂ ਨੇ ਲਿਖਣਾ ਕੀਤਾ ਹੈ। ਸ਼ਾਹੂਕਾਰ ਦੇ ਇਕਲੌਤਾ ਲੋਤਾ ਇਹ ਲੜਕਾ ਸੀ, ਬੜਾ ਧਨ ਸੰਪਦਾ, ਨੌਕਰ ਚਾਕਰ ਘਰ ਦੇ ਵਿੱਚ ਨੇ, ਕਿਸੇ ਪ੍ਰਕਾਰ ਦੀ ਕਮੀ ਨਹੀਂ। ਮਾਂ ਬਾਪ ਨੇ ਬੜੇ ਚਾਅ ਨਾਲ ਸ਼ਾਦੀ ਕੀਤੀ, ਘਰ ਵਿੱਚ ਨੂੰਹ ਆ ਗਈ ਤੇ ਬੱਚਿਆਂ ਵਾਲਾ ਹੋ ਗਿਆ। ਸਮੇਂ ਨੇ ਕਰਵਟ ਲਈ, ਸਮਾਂ ਬਦਲਿਆ। ਜਿਹੜਾ ਇਹ ਆਪਣੇ ਮਿੱਤਰਾਂ ਸੱਜਣਾਂ ਨਾਲ ਬੈਠ ਕੇ ਸ਼ਰਾਬ ਪੀਂਦਾ ਸੀ, ਜੂਆ ਖੇਡਦਾ ਸੀ, ਭੈੜੀਆਂ ਸਾਰੀਆਂ ਆਦਤਾਂ ਸਨ, ਕਦੇ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦਾ ਸੀ। ਅੱਜ ਸਰੀਰ ਉੱਤੇ ਗੁਰੂ ਸਰਿਓ ਕੋੜ ਚੱਲ ਪਿਆ, ਕੋੜ ਦਾ ਰੋਗ ਉਤਪੰਨ ਹੋਇਆ, ਕੋੜੀ ਬਣ ਗਿਆ। ਹੌਲੀ ਹੌਲੀ ਹਾਲਾਤ ਇਹੋ ਜਿਹੇ ਹੋ ਗਏ ਕਿ ਜਿਹੜੇ ਘਰ ਵਾਲੀ ਨਾਲ ਅਥਾਹ ਪ੍ਰੇਮ ਕਰਦਾ ਸੀ, ਘਰ ਵਾਲੀ ਵੀ ਹੌਲੀ ਹੌਲੀ ਤੰਗ ਹੋ ਗਈ, ਦੂਰ ਹੋਣ ਲੱਗ ਪਈ।
ਬੱਚੇ ਵੀ ਮੁੱਖ ਮੋੜਨ ਲੱਗ ਪਏ। ਜਿਹੜੇ ਮਿੱਤਰਾਂ ਸੱਜਣਾ ਕੋਲ ਜਾ ਕੇ ਬਹਿੰਦਾ ਸੀ ਤੇ ਅੱਜ ਉਹ ਮਿੱਤਰ ਸੱਜਣ ਵੀ ਕੋਹਾਂ ਦੂਰ ਹੋ ਗਏ। ਤੇ ਗੁਰੂ ਸਵਾਰਿਓ, ਪਰਿਵਾਰ ਦੇ ਜੀਆਂ ਨੇ ਕੀ ਕੀਤਾ ਕਿ ਸੋਚਿਆ ਕਿ ਇਹ ਜਿਹੜਾ ਇਹ ਕੋਹੜ ਦੀ ਬਿਮਾਰੀ ਹੈ, ਇਹ ਛੂਤ ਦੀ ਬਿਮਾਰੀ ਹੈ, ਸਾਨੂੰ ਕਿਤੇ ਨਾ ਲੱਗ ਜਾਵੇ। ਤੇ ਪਰਿਵਾਰ ਦੇ ਜੀਆਂ ਨੇ ਘਰ ਤੋਂ ਬਾਹਰ ਇੱਕ ਛੋਟੀ ਜਿਹੀ ਛੱਪਰੀ ਬਣਾ ਦਿੱਤੀ। ਉੱਥੇ ਬੈਠਦਾ, ਰੋਟੀ ਦਾ ਟੁੱਕ ਸਮੇਂ ਸਮੇਂ ਸੁੱਟ ਦਿੰਦੇ ਨੇ, ਕੁਝ ਕੁੱਤੇ ਨੂੰ ਕੁੱਕਰ ਰੋਟੀ ਪਾਈਂਦੀ ਹੈ। ਇਸ ਤਰ੍ਹਾਂ ਦੀ ਤਰਸਯੋਗ ਹਾਲਤ ਹੋ ਗਈ। ਜਿੱਥੇ ਪਹਿਲਾਂ ਬੜੀ ਤੇਜ਼ੀ ਨਾਲ ਦੌੜ ਕੇ ਭੱਜ ਕੇ ਥਾਵਾਂ ਥਾਵਾਂ 'ਤੇ ਵਿਚਰਦਾ ਸੀ, ਅੱਜ ਕੋਹੜ ਨੇ ਹਾਲਾਤ ਇਹੋ ਜਿਹੇ ਕਰ ਦਿੱਤੇ, ਲੱਤਾਂ ਵੀ ਸਾਰੀਆਂ ਵਿੰਗੀਆਂ ਹੋ ਗਈਆਂ, ਤੁਰਿਆ ਨਹੀਂ ਜਾ ਰਿਹਾ ਤੇ ਹਾਏ ਹਾਏ ਕਰਦਾ, ਕੋਈ ਬਾਤ ਪੁੱਛਣ ਵਾਲਾ ਨਹੀਂ ਹੈ। ਕਹਿੰਦੇ ਇੱਕ ਦਿਨ ਇਹ ਰਸਤੇ ਵਿੱਚ ਖਲੋਤਾ, ਉੱਧਰੋਂ ਗੁਰੂ ਕੀਆਂ ਸੰਗਤਾਂ ਆ ਰਹੀਆਂ। ਗੁਰੂ ਕੀਆਂ ਸੰਗਤਾਂ ਆਪਣੇ ਮੁੱਖੋਂ ਬਾਣੀ ਦਾ ਜਾਪ ਕਰ ਰਹੀਆਂ ਨੇ। ਸਿੱਖ, ਇੱਕ ਸਿੱਖ ਅੱਗੇ ਅੱਗੇ ਪੰਗਤੀ ਪੜ੍ਹਦਾ, ਬਾਕੀ ਸਿੱਖ ਪਿੱਛੇ ਪਿੱਛੇ ਉਸ ਪੰਗਤੀ ਨੂੰ ਪੜ੍ਹਦੇ ਨੇ, ਜਿਹਨੂੰ ਜੋਟੀਆਂ ਵਾਲਾ ਕੀਰਤਨ ਆਖਿਆ ਜਾਂਦਾ ਹੈ। ਜੋਟੀਆਂ ਵਾਲਾ ਕੀਰਤਨ ਕਰਦੇ ਇਸ ਤਰ੍ਹਾਂ ਸੰਗਤਾਂ ਜਾ ਰਹੀਆਂ। ਜਿਹਦੇ ਕੰਨਾਂ ਵਿੱਚ ਸਾਹਿਬਾਂ ਦੀ ਬਾਣੀ ਪਈ, ਬਾਣੀ ਨੂੰ ਸੁਣਿਆ ਤੇ ਬਾਣੀ ਨੂੰ ਸੁਣ ਕੇ ਗੁਰੂ ਸਾਹਿਬ ਮਨ ਨੂੰ ਸਕੂਨ ਪ੍ਰਾਪਤ ਹੋਇਆ। ਮਨ ਵਿੱਚ ਵਿਚਾਰ ਕੀਤੀ ਕਿ ਮਨਾ, ਕਿਉਂ ਨਾ ਮੈਂ ਵੀ ਗੁਰੂ ਕੀ ਸੰਗਤ ਵਿੱਚ ਜਾਵਾਂ ਤੇ ਸਤਿਗੁਰੂ ਪਾਤਸ਼ਾਹ ਦੇ ਜਾ ਕੇ ਦਰਸ਼ਨ ਦੀਦਾਰੇ ਕਰਾਂ ਤੇ ਮੇਰਾ ਜੀਵਨ ਸਫਲਾ ਹੋ ਜਾ। ਪਤਾ ਨਹੀਂ ਹੁਣ ਮੈਂ ਜਿਉਣਾ ਕਿ ਨਹੀਂ ਜਿਉਣਾ, ਜਿਹੜੇ ਬਾਕੀ ਮੇਰੇ ਸਾਹ ਨੇ ਇਹ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਠੀਕ ਕਰ, ਸਤਿਗੁਰ ਦੀ ਹਜ਼ੂਰੀ ਵਿੱਚ ਬਤੀਤ ਹੋਣਗੇ ਤੇ ਮੇਰਾ ਜੀਵਨ ਸਫਲਾ ਹੋਵੇਗਾ। ਕਹਿੰਦੇ ਸੰਗਤ ਦੇ ਜਥੇ ਵਿੱਚ ਇਹ ਮਗਰ ਮਗਰ ਪੈਰਾਂ ਦੇ ਭਾਰ, ਗੋਡਿਆਂ ਦੇ ਭਾਰ ਰੁੜਦਾ ਹੋਇਆ ਇਸ ਤਰ੍ਹਾਂ ਨਾਲ ਚੱਲ ਪਿਆ। ਸੰਗਤ ਨੇ ਦੇਖਿਆ ਕਿ ਸਾਡੇ ਮਗਰ ਮਗਰ ਆ ਰਿਹਾ। ਕਹਿੰਦੇ ਸੰਗਤ ਨੇ ਸਾਂਭਣਾ ਕੀਤਾ ਤੇ ਸੰਗਤ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਲੈ ਕੇ ਆਈਆਂ। ਸਤਿਗੁਰਾਂ ਦੇ ਜਿੱਥੇ ਦਰਬਾਰ ਹੈ, ਦਰਸ਼ਨੀ ਦੋੜੀ, ਉਹਦੇ ਬਾਹਰਲੇ ਪਾਸੇ ਇਹ ਬੈਠਾ ਹੋਇਆ ਤੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਿਆ, ਜਾਣ ਦੀ ਆਗਿਆ ਨਹੀਂ ਸੀ। ਤੇ ਉੱਚੀ ਉੱਚੀ ਕਹਿੰਦਾ ਹੈ, ਮੇਰਾ ਗਿਆ ਕਛੋਟਾ ਲੱਧਾ ਫੇਰ, ਮੇਰਾ ਗਿਆ ਕਛੋਟਾ ਲੱਧਾ ਫੇਰ। ਲੋਕ ਆਉਂਦੇ ਨੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ, ਇਹਦੇ ਵੱਲ ਦੇਖਦੇ ਨੇ ਤੇ ਨਾਲੇ ਇਹਨੂੰ ਬਾਰ-ਬਾਰ ਕਹਿੰਦੇ ਫੇਰ ਆਖਣਾ ਕਰ, ਫੇਰ ਆਖ। ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਜਾ ਕੇ ਬੇਨਤੀ ਵੀ ਕੀਤੀ ਕਈ ਵਾਰੀ ਕਿ ਪਾਤਸ਼ਾਹ ਜੀ ਬਾਹਰ ਉਹ ਕੋਹੜੀ ਬੈਠਾ, ਪ੍ਰੇਮਾ ਕੋਹੜੀ, ਤੇ ਨਿੱਤਾ ਪ੍ਰਤੀ ਉੱਚੀ ਉੱਚੀ ਇਸ ਤਰ੍ਹਾਂ ਗਾਉਂਦਾ ਏ ਤੇ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਦਾ ਰੋਗ ਠੀਕ ਕਰੋ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਚੁੱਪ ਕਰ ਜਾਂਦੇ ਨੇ। ਸਿੱਖ ਸਮੇਂ ਸਮੇਂ ਅਨੁਸਾਰ ਨੂੰ ਪ੍ਰਸ਼ਾਦਾ ਪਾਣੀ ਦੇ ਆਉਂਦੇ, ਇਹ ਪ੍ਰਸ਼ਾਦਾ ਪਾਣੀ ਛਕਦਾ, ਪਰ ਫਿਰ ਉੱਚੀ ਉੱਚੀ ਇਸ ਤਰ੍ਹਾਂ ਬੇਨਤੀਆਂ ਕਰਦਾ ਕਿ ਪਾਤਸ਼ਾਹ ਦੇ ਚਰਨਾਂ 'ਚ ਬਾਰ-ਬਾਰ ਆਖ ਰਿਹਾ। ਇੱਕ ਦਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਤਰਸ ਦੇ ਘਰ ਵਿੱਚ ਪਾਤਸ਼ਾਹ ਜੀ ਆਏ। ਦਇਆ ਉਪਜੀ ਸਤਿਗੁਰਾਂ ਦੇ ਮਨ ਵਿੱਚ ਕਿ ਚਲੋ ਇਸ ਸਿੱਖ ਦਾ ਭਲਾ ਕਰੀਏ। ਕਹਿੰਦੇ ਨੇ ਉਸ ਸਮੇਂ ਸਿੱਖਾਂ ਨੂੰ ਆਖਿਆ ਕਿ ਭਾਈ ਜਿਹੜਾ ਇਹ ਪ੍ਰੇਮਾ ਕੋਹੜੀ ਹੈ, ਇਹਨੂੰ ਵਸਤਰ ਵਿੱਚ ਲਪੇਟ ਕੇ ਸਾਡੇ ਸਾਹਮਣੇ ਲੈ ਕੇ ਆਓ, ਉਸ ਥਾਂ 'ਤੇ ਇਸ਼ਨਾਨ ਕਰਾਵੋ ਜਿੱਥੇ ਅਸੀਂ ਜਦੋਂ ਇਸ਼ਨਾਨ ਕਰਦੇ ਹਾਂ ਜਲ ਇੱਕ ਥਾਂ 'ਤੇ ਟੋਆ ਪੁੱਟਿਆ ਹੋਇਆ ਸੀ, ਟੋਏ ਵਿੱਚ ਜਲ ਇਕੱਤਰ ਹੁੰਦਾ ਹੈ। ਕਹਿੰਦੇ ਉੱਥੇ ਜਾ ਕੇ ਦਾ ਇਸ਼ਨਾਨ ਕਰਾਉਣਾ ਕਰੋ, ਫਿਰ ਸਾਡੇ ਸਨਮੁਖ ਲੈ ਕੇ ਆਵੋ। ਤੇ ਗੁਰੂ ਸਵਾਰੇ ਜਦੋਂ ਸਤਿਗੁਰੂ ਇਸ ਸਿੱਖਾਂ ਨੇ ਹੁਕਮ ਪਾ ਕੇ ਉਸ ਪ੍ਰੇਮੇ ਕੋਹੜੀ ਨੂੰ ਚੁੱਕਿਆ, ਵਸਤਰ ਵਿੱਚ ਲਪੇਟ ਕੇ, ਕਹਿੰਦੇ ਜਿੱਥੇ ਸਤਿਗੁਰੂ ਦਾ ਇਸ਼ਨਾਨ ਕਰਾਇਆ ਜਾਂਦਾ ਉਹ ਜਲ ਇਕੱਤਰ ਹੋਇਆ ਸੀ, ਉਸ ਜਲ ਵਿੱਚ ਇਸ਼ਨਾਨ ਕਰਵਾਇਆ। ਇੱਕ ਲਾਲ ਵਸਤਰ ਵਿੱਚ ਲਪੇਟ ਕੇ ਗੁਰੂ ਪਾਤਸ਼ਾਹ ਦੇ ਸਨਮੁਖ ਬਿਠਾ ਦਿੱਤਾ। ਗੁਰੂ ਪਾਤਸ਼ਾਹ ਨੇ ਮਿਹਰ ਭਰੀ ਨਿਗਾਹ ਨਾਲ ਤੱਕਿਆ ਤੇ ਗੁਰੂ ਸਵਾਰ ਜਿਹੜਾ ਇਹ ਪ੍ਰੇਮਾ ਕੋਹੜੀ ਸੀ, ਇਹਦਾ ਸਾਰਾ ਕੋੜ ਜਿਹੜਾ ਸਤਿਗੁਰੂ ਨੇ ਕਿਰਪਾ ਦ੍ਰਿਸ਼ਟ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਸਤਿਗੁਰੂ ਨੇ ਛਿਣ ਮਾਤਰ ਦੇ ਵਿੱਚ
ਜਿਹੜਾ ਇਹਦਾ ਰੋਗ ਸੀ ਸਾਰਾ ਰੋਗ ਬਿਲਕੁਲ ਠੀਕ ਕਰ ਦਿੱਤਾ। ਇਹ ਤੰਦਰੁਸਤ ਹੋ ਗਿਆ, ਆਪਣੇ ਹੱਥ ਪੈਰ ਸਹੀ ਸਲਾਮਤ ਦੇਖਦਾ। ਗੁਰੂ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਕਰ ਰਿਹਾ ਹੈ। ਸਰੀਰ ਉੱਤੇ ਉਹ ਫੁਲਕਾਰੀ ਲਈ ਹੋਈ ਹੈ ਲਾਲ ਰੰਗ ਦੀ, ਤੇ ਗੁਰੂ ਸਵਾਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਕੋਈ ਸਿੱਖ ਉੱਠੇ, ਇਹ ਦੂਲੇ ਵਰਗਾ ਲੱਗਦਾ, ਲਾੜੇ ਵਰਗਾ ਲੱਗ ਰਿਹਾ ਏ। ਕੋਈ ਸਿੱਖ ਉੱਠੇ ਜਿਹਦੀ ਲੜਕੀ ਨੌਜਵਾਨ ਹੋਵੇ ਤੇ ਇਹ ਸਾਡੇ ਸਿੱਖ ਦੇ ਨਾਲ ਪ੍ਰੇਮੇ ਦੇ ਨਾਲ ਉਹਦੀ ਸ਼ਾਦੀ ਕੀਤੀ ਜਾਵੇਗੀ। ਹੁਣ ਚੁੱਪ ਦਾ ਸ਼ਰਨਾਟਾ ਛਾ ਗਿਆ। ਕਿਹੜਾ ਆਪਣੀ ਧੀ ਦੇਵੇ ਜਿਹਦਾ ਕੋਈ ਪਿਛੋਕੜ ਪਤਾ ਨਹੀਂ ਪਿੱਛੇ ਕੀ ਹੈ, ਕਿਸ ਤਰ੍ਹਾਂ ਹੈ। ਸਤਿਗੁਰੂ ਦੂਜੀ ਵਾਰੀ ਬਚਨ ਕੀਤੇ। ਇੱਕ ਸਿੱਖ ਉੱਠਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮੇਰੀ ਧੀ ਵਿਆਹਣ ਦੇ ਯੋਗ ਹੈ, ਜੇ ਆਪ ਜੀ ਦਾ ਹੁਕਮ ਹੋਵੇ ਤੇ ਸਤਿਗੁਰੂ ਮੈਂ ਆਪਣੀ ਧੀ ਦੇਣ ਲਈ ਤਿਆਰ ਹਾਂ। ਧੀ ਲਿਆਂਦੀ ਗਈ ਤੇ ਗੁਰੂ ਸਵਾਰਿਓ ਧੀ ਦਾ ਨਾਮ ਸੀ ਬੀਬੀ ਮਥੋ। ਧੀ ਦਾ ਨਾਮ ਸੀ ਮਥੋ ਤੇ ਸਤਿਗੁਰ ਨੇ ਸਿੱਖ ਦਾ ਨਾਮ ਰੱਖਦਾ, ਪ੍ਰੇਮੇ ਦਾ ਨਾਮ ਰੱਖਦਾ ਮੁਰਾਰੀ। ਕਹਿਣ ਲੱਗੇ, ਭਾਈ ਇਹ ਮਥੋ ਹੈ ਤੇ ਇਹ ਮੁਰਾਰੀ ਹੈ। ਜਦੋਂ ਘਰ ਵਾਲੀ ਨੂੰ ਪਤਾ ਲੱਗਿਆ, ਪ੍ਰਸ਼ਾਦੇ ਬਣਾ ਰਹੇ ਸੀ ਲੰਗਰ ਵਿੱਚ, ਕਿ ਗੁਰੂ ਪਾਤਸ਼ਾਹ ਨੇ ਕੋੜੀ ਦੇ ਨਾਲ ਮੇਰੀ ਲੜਕੀ ਦੀ ਸ਼ਾਦੀ ਕਰ ਦਿੱਤੀ ਹੈ, ਕਹਿੰਦੇ ਬੜੀ ਦੌੜ ਕੇ ਭੱਜ ਕੇ ਸਤਿਗੁਰੂ ਨੂੰ ਆਖਣ ਲੱਗੀ, ਪਾਤਸ਼ਾਹ ਇਹ ਕੀ ਕੀਤਾ ਤੁਸੀਂ, ਜਿਹਦੀ ਕੋਈ ਜਾਤ ਪਾਤ ਨਹੀਂ, ਪਿਛੋਕੜ ਪਤਾ ਨਹੀਂ ਸਾਨੂੰ, ਤੁਸੀਂ ਉਹਦੇ ਨਾਲ ਸ਼ਾਦੀ ਕਰ ਦਿੱਤੀ। ਪਾਤਸ਼ਾਹ ਕਹਿਣ ਲੱਗੇ, ਬੀਬਾ ਗੁਰੂ ਘਰ ਵਿੱਚ ਕੋਈ ਜਾਤ ਪਾਤ ਨਹੀਂ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣਬੋ। ਇੱਥੇ ਕੋਈ ਜਾਤ ਪਾਤ ਨਹੀਂ ਹੈ, ਕੀ ਹੈ, ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ ਹੈ, ਸਾਰੇ ਇੱਕ ਥਾਂ 'ਤੇ ਬੈਠਦੇ, ਇੱਕ ਥਾਲੀ ਵਿੱਚ ਸਾਰੇ ਖਾਂਦੇ ਨੇ। ਸਾਰਿਆਂ ਨੂੰ ਸਾਂਝੀ ਵਾਲਤਾ ਉਪਦੇਸ਼ ਹੈ ਗੁਰੂ ਨਾਨਕ ਦੇ ਘਰ ਦਾ। ਦੂਜੀ ਗੱਲ ਹੈ, ਤੂੰ ਕਹਿੰਦੀ ਹੈ ਕਿ ਇੱਕ ਕੋੜੀ ਦੇ ਲੜਦਾ, ਤਾਂ ਦੇਖ ਕੌਣ ਕਹਿੰਦਾ ਇਹ ਕੋੜੀ ਹੈ, ਇਹ ਤਾਂ ਤੰਦਰੁਸਤ ਹੈ, ਬਿਲਕੁਲ ਨਰੋਆ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਤੇਰੀ ਲੜਕੀ ਦਾ ਨਾਮ ਹੈ ਮਥੋ, ਅਸੀਂ ਦਾ ਨਾਮ ਰੱਖ ਦਿੱਤਾ ਮੁਰਾਰੀ। ਤੇ ਜਦੋਂ ਦੁਨੀਆ ਦੇ ਲੋਕ ਨਾਮ ਲੈਣਗੇ, ਆਮ ਤੌਰ 'ਤੇ ਪਹਿਲਾਂ ਬੰਦੇ ਦਾ ਨਾਮ ਲਿਆ ਜਾਂਦਾ ਹੈ, ਪਰ ਜਦੋਂ ਲੋਕ ਆਖਣਗੇ ਮਥੋ ਮੁਰਾਰੀ, ਪਹਿਲਾਂ ਤੇਰੀ ਲੜਕੀ ਦਾ ਨਾਮ ਲਿਆ ਜਾਵੇਗਾ, ਬਾਅਦ ਵਿੱਚ ਨਾਮ ਤੇਰੇ ਇਹਦਾ ਲਿਆ ਜਾਵੇਗਾ। ਮਥੋ ਮੁਰਾਰੀ ਪਰਮੇਸ਼ਰ ਦਾ ਨਾਮ ਹੈ। ਤੇ ਕਹਿਣ ਲੱਗੇ, ਇਸ ਤਰ੍ਹਾਂ ਜਿਹੜਾ ਭਾਈ ਇਹ ਨਾਮ ਦਾ ਜਪ ਕਰੇ ਉਹਦਾ ਵੀ ਪਾਰ ਉਤਾਰਾ ਹੋਵੇਗਾ। ਤੇ ਗੁਰੂ ਪਾਤਸ਼ਾਹ ਨੇ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ। ਉਹੀ ਪ੍ਰੇਮਾ ਕੋੜੀ ਜਿਹਦਾ ਸਤਿਗੁਰੂ ਨੇ ਰੋਗ ਠੀਕ ਕੀਤਾ, ਉਹ ਗੁਰੂ ਸਵਾਰੇ ਗੁਰੂ ਘਰ ਦਾ ਫਿਰ ਪ੍ਰਚਾਰਕ ਬਣਿਆ, ਟਹਿਲੀਆ ਸੇਵਕ ਬਣਿਆ। ਬੀਬੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ 72 ਪੀੜ੍ਹੇ ਬੀਬੀਆਂ ਦੇਣਾ ਕੀਤੇ ਸੀ, ਉਹਨਾਂ ਬੀਬੀਆਂ ਦੇ ਵਿੱਚੋਂ ਇਹ ਜਿਹੜੀ ਮਥੋ ਸੀ, ਇਹ ਗੁਰੂ ਸਵਾਰੇ ਇਹਨੂੰ ਵੀ ਇੱਕ ਪੀੜਾ ਪ੍ਰਾਪਤ ਹੋਇਆ ਸੀ, ਜੋ ਸਿੱਖੀ ਦਾ ਪ੍ਰਚਾਰ ਘਰ ਘਰ ਜਾ ਕੇ ਕਰਦੀ ਸੀ। ਸੋ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਐਸੇ ਸਤਿਗੁਰੂ ਜੀ ਹਨ ਜਿਹਨਾਂ ਪਤਾ ਨਹੀਂ ਕਿੰਨਿਆਂ ਦੇ ਰੋਗ ਦੂਰ ਕੀਤੇ ਨੇ, ਗਿਣਤੀ ਨਹੀਂ ਹੈ ਕੋਈ। ਸਤਿਗੁਰੂ ਇੱਥੇ ਬਚਨ ਕਰਦੇ ਨੇ, ਕਹਿੰਦੇ ਇੱਕ ਸੋਗੀ ਇੱਕ ਰੋਗ ਵਿਆਪੇ। ਇੱਕ ਐਸੇ ਨੇ ਜਿਹਨਾਂ ਸੋਗ ਹੈ, ਮਨ ਕਰਕੇ ਉਹ ਰੋਗੀ ਨੇ, ਮਨ ਕਰਕੇ ਦੁਖੀ ਹਨ। ਇੱਕ ਰੋਗ ਵਿਆਪੇ, ਇੱਕਰਾਂ ਨੂੰ ਕਹਿੰਦੇ ਸਰੀਰਕ ਰੋਗ ਵਿਆਪ ਰਹੇ ਹਨ। ਇਸ ਤਰ੍ਹਾਂ ਉਹ ਸਾਰੀ ਉਮਰ ਹੀ ਰੋਗੀ ਰਹਿੰਦੇ ਨੇ, ਹਾਏ ਹਾਏ ਕਰਦੇ ਫਿਰਦੇ ਨੇ, ਇਹੋ ਜਿਹੀ ਹਾਲਤ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਜੋ ਕੁਛ ਕਰੇ ਸੋ ਆਪੇ ਆਪੇ। ਜੋ ਕੁਛ ਕਹਿੰਦੇ ਉਹ ਪਰਮਾਤਮਾ, ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਆਪ ਹੀ ਕਰ ਰਿਹਾ ਹੈ। ਪਾਉ ਤੋਂ ਬਿਨਾਂ ਕੋਈ ਦੂਜਾ ਕੋਈ ਨਹੀਂ ਹੈ। ਉਹੀ ਕਰ ਰਿਹਾ, ਉਹੀ ਰੋਗ ਦੇਣ ਵਾਲਾ, ਉਹੀ ਰੋਗਾਂ ਤੋਂ ਨਿਵਰਤੀ ਕਰਾਉਣ ਵਾਲਾ। ਦੁੱਖ ਸੁੱਖ ਸਾਰੇ ਉਹਦੇ ਪੈਦਾ ਕੀਤੇ ਨੇ, ਪਰ ਜੀਵ ਭੋਗ ਰਿਹਾ ਆਪਣੇ ਕਰਮਾਂ ਅਨੁਸਾਰ। ਜਿਹੋ ਜਿਹੇ ਆਪਾਂ ਕਰਮ ਕਰਦੇ ਹਾਂ ਉਹਦੇ ਮੁਤਾਬਕ ਸਾਨੂੰ ਫਲ ਮਿਲਦਾ ਹੈ, ਪਰ ਖੇਡ ਸਾਰੀ ਪਰਮਾਤਮਾ ਦੀ ਬਣਾਈ ਹੋਈ ਹੈ। ਜੇ ਸਤਿਗੁਰੂ ਚਾਹਣ ਤਾਂ ਛਿਣ ਮਾਤਰ ਦੇ ਵਿੱਚ ਗੁਰੂ ਸਵਾਰੇ ਸਾਡੇ ਦੁੱਖਾਂ ਦਾ ਖਾਤਮਾ ਕਰਕੇ ਤੇ ਸਾਨੂੰ ਸਤਿਗੁਰੂ ਸੁੱਖ ਦੇ ਸਕਦੇ ਨੇ। ਤਰੀਕਾ ਪਾਤਸ਼ਾਹ ਨੇ ਦੱਸ ਦਿੱਤਾ ਤਰੀਕਾ, ਕਿ ਕਿਹੜਾ ਤਰੀਕਾ ਹੈ ਜ਼ਿੰਦਗੀ ਦੇ ਸੁੱਖ ਮਾਣਨ ਦਾ। ਤੇ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਨਾ,
ਰੋਜ਼ਾਨਾ ਆਨੰਦ ਸਾਹਿਬ ਦੀ ਪਾਵਨ ਬਾਣੀ ਸਾਡਾ ਨਿਤਨੇਮ ਦੀ ਬਾਣੀ ਹੈ। ਕੋਈ ਘਰ ਵਿੱਚ ਸਮਾਗਮ ਹੋਵੇ, ਖੁਸ਼ੀ ਦਾ ਹੋਵੇ, ਗਮੀ ਦਾ ਹੋਵੇ, ਸਾਰੇ ਸਮਾਗਮ ਵਿੱਚ ਇਹ ਬਾਣੀ ਪੜ੍ਹੀ ਜਾਂਦੀ ਹੈ, ਆਨੰਦ ਸਾਹਿਬ ਦੀ ਪਾਵਨ ਬਾਣੀ। ਅਤੇ ਪਾਤਸ਼ਾਹ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਗੱਲ ਤਾਂ ਬਾਣੀ ਸੁਣਨ ਦੀ ਹੈ। ਸੱਚੀ ਬਾਣੀ, ਧੁਰ ਕੀ ਬਾਣੀ ਜੋ ਸੁਣਨਾ ਕੀਤਾ, ਬਾਣੀ ਵਿੱਚ ਇੰਨੀ ਤਾਕਤ ਹੈ, ਸਾਡੇ ਦੁੱਖ, ਸਾਡੇ ਰੋਗ, ਸਾਡੇ ਸੰਤਾਪ ਇਤਿਆਦਿਕ ਸਾਰੇ ਉਤਰ ਜਾਣ, ਖਤਮ ਹੋ ਜਾਣਗੇ। ਜੇ ਬਾਣੀ ਆਪਾਂ ਇਕਾਗਰ 'ਚ ਸੁਣਾਂਗੇ, ਬਾਣੀ ਨੂੰ ਪੜ੍ਹ ਲਵਾਂਗੇ, ਬਾਣੀ ਨੂੰ ਵਿਚਾਰ ਲਵਾਂਗੇ, ਫਿਰ ਗੁਰੂ ਸਾਹਿਬ ਬਖਸ਼ਿਸ਼ ਹੋਣੀ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਨਾਮ ਜਪਣ ਵਾਲਿਆਂ ਉੱਤੇ ਦੁੱਖ ਨਹੀਂ ਆਉਂਦਾ। ਦੁੱਖ ਆਉਂਦਾ ਏ, ਦੁੱਖ ਦੀ ਨਿਵਰਤੀ ਨਹੀਂ ਹੁੰਦੀ, ਖਤਮ ਨਹੀਂ ਹੁੰਦਾ ਏ। ਪਰ ਹਾਂ ਇੰਨਾ ਜ਼ਰੂਰ ਹੈ, ਕਿਹੜੇ ਨਾਮ ਜਪਦੇ ਰੱਸੀਏ ਹੁੰਦੇ ਨੇ ਨਾਮ ਜਪਣ ਵਾਲੇ, ਅਤੇ ਗੁਰੂ ਪਾਤਸ਼ਾਹ ਜੀ ਉਹਨੂੰ ਭਾਣਾ ਮੰਨਣ ਦਾ ਬਲ ਬਖਸ਼ ਦਿੰਦੇ ਨੇ। ਉਹਦੀ ਰਜਾ ਵਿੱਚ ਰਹਿਣ ਦਾ ਉਹਨੂੰ ਤਰੀਕਾ ਆ ਜਾਂਦਾ ਏ, ਜਿਸ ਕਰਕੇ ਫਿਰ ਉਹਨਾਂ ਦੀ ਅਵਸਥਾ ਬਣਦੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਵਾਂਗ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ। ਜਿਹੜੇ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਹਨ, ਉਹ ਇਸ ਤਰ੍ਹਾਂ ਦੀ ਅਵਸਥਾ ਦੇ ਧਾਰਨੀ ਬਣ ਜਾਂਦੇ ਹਨ। ਪਰ ਸਾਨੂੰ ਥੋੜ੍ਹਾ ਜਿਹਾ ਕੋਈ ਦੁੱਖ ਆ ਜਾਵੇ ਨਾ, ਅਤੇ ਆਪਾਂ ਦੁਖੀ ਹੋ ਕੇ ਫਿਰ ਰੱਬ ਨੂੰ ਲਾਂਭੇ ਦੇਣ ਲੱਗ ਪੈਂਦੇ, ਗੁਰੂ ਨੂੰ ਲਾਂਭੇ ਦਿੰਦੇ ਨੇ। ਕਈ ਤਾਂ ਐਸੇ ਨੇ ਜਿਹੜੇ ਗੁਰੂ ਘਰ ਵਿਖੇ ਆਉਂਦੇ ਨੇ, ਅਰਦਾਸਾਂ ਬੇਨਤੀਆਂ ਕਰਾਉਂਦੇ ਕਿ ਬਾਬਾ ਜੀ ਸਾਡਾ ਕਾਰੋਬਾਰ ਨਹੀਂ ਚੱਲਦਾ, ਸਾਨੂੰ ਆਹ ਰੋਗ ਹੈ, ਕਿਰਪਾ ਸਾਡੀ ਦਾਸ ਬੇਨਤੀ ਕਰੋ। ਅਰਦਾਸ ਬੇਨਤੀ ਕੀਤੀ, ਨਹੀਂ ਪਰਵਾਹ ਨਹੀਂ, ਗੁਰੂ ਦੀ ਮਰਜ਼ੀ, ਅਤੇ ਉਹ ਫਿਰ ਆਉਣੋਂ ਹਟ ਜਾਂਦੇ ਨੇ। ਮਹੀਨਾ ਮਹੀਨਾ 2-2 ਮਹੀਨੇ ਆਉਣਾ ਨਹੀਂ। ਜੇ ਕਿਤੇ ਰਸਤੇ 'ਚ ਮਿਲਣ ਕਿ ਭਾਈ ਕਿਉਂ ਨਹੀਂ ਆਉਂਦੇ, ਅਤੇ ਕਹਿੰਦੇ ਗੁਰੂ ਤਾਂ ਸਾਡੀ ਬੇਨਤੀ ਸੁਣਦਾ ਨਹੀਂ ਹੈ। ਅਤੇ ਇਹਦਾ ਮਤਲਬ ਕੀ ਹੈ ਕਿ ਗੁਰੂ ਪਾਤਸ਼ਾਹ ਦਾ ਬੇਨਤੀ ਸੁਣਦੇ ਨੇ ਸਤਿਗੁਰੂ ਤਾਂ, ਪਰ ਸਾਨੂੰ ਗੁਰੂ ਸਹੁਰੇ ਬੇਨਤੀ ਕਰਨੀ ਨਹੀਂ ਆਉਂਦੀ। ਗੱਲ ਇਹ ਹੈ, ਗ੍ਰੰਥੀ ਸਿੰਘ ਪਾਸੋਂ ਅਰਦਾਸ ਬੇਨਤੀ ਕਰਵਾ ਰਹੇ, ਚਾਹੇ ਆਪ ਕਰ ਰਹੇ ਹਾਂ, ਅਤੇ ਵੈਸੇ ਤਾਂ ਸਿੱਖ ਨੂੰ ਅਰਦਾਸ ਬੇਨਤੀ ਆਪ ਕਰਨੀ ਚਾਹੀਦੀ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ, ਆਪ ਬੇਨਤੀ ਕਰੋ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਉਲਟ ਆਸ ਲੈ ਕੇ, ਪਾਤਸ਼ਾਹ ਕਿਰਪਾ ਕਰੋ, ਸਾਡਾ ਕਾਰਜ ਹੈ, ਆਪ ਜੀ ਰਾਸ ਕਰੋ। ਚਲੋ ਗ੍ਰੰਥੀ ਸਿੰਘ ਨੇ ਕੀਤੀ ਹੈ, ਅਤੇ ਉਦੋਂ ਵੀ ਸਾਡਾ ਮਨ ਇਕਾਗਰ ਚਿੱਤ ਹੋਣਾ ਚਾਹੀਦਾ। ਗ੍ਰੰਥੀ ਸਿੰਘ ਅਰਦਾਸ ਬੇਨਤੀ ਕਰ ਰਿਹਾ ਅਤੇ ਆਪਾਂ ਅਰਦਾਸ 'ਚ ਖਲੋਤੇ ਹਾਂ, ਅਤੇ ਸਾਡਾ ਮਨ ਕੇਂਦਰਿਤ ਹੋਣਾ ਚਾਹੀਦਾ ਕਿ ਗੁਰੂ ਦੇ ਚਰਨਾਂ 'ਚ ਮੈਂ ਅਰਦਾਸ ਕਰਵਾਈ ਹੈ, ਅਤੇ ਮੇਰਾ ਗੁਰੂ ਮੇਰੀ ਅਰਦਾਸ ਜ਼ਰੂਰ ਸੁਣੇਗਾ। ਵਿਸ਼ਵਾਸ, ਭਰੋਸਾ। ਜੇ ਭਰੋਸਾ ਨਹੀਂ ਤਾਂ ਫਿਰ ਆਪਾਂ ਜਿੰਨੀਆਂ ਮਰਜ਼ੀ ਦੱਸਾਂ ਕਿ ਫਿਰ ਕੁਝ ਨਹੀਂ ਬਣਨਾ ਗੁਰੂ ਸਵਾਰੇ। ਗੱਲ ਤਾਂ ਭਰੋਸੇ ਦੀ ਹੈ। ਸਾਡੇ ਮਨ 'ਚ ਕੀ ਚੱਲਦਾ ਹੁੰਦਾ, ਉੱਧਰ ਅਰਦਾਸ ਗ੍ਰੰਥੀ ਸਿੰਘ ਅਰਦਾਸ ਕਰਦਾ ਹੁੰਦਾ, ਉੱਧਰੋਂ ਗੁਰੂ ਸਾਰੇ ਅਰਦਾਸ ਸਮਾਪਤ ਹੁੰਦੀ ਹੈ, ਅਤੇ ਹਾਲੇ ਬਾਹਰ ਨਹੀਂ ਨਿਕਲਦੇ, ਅਤੇ ਕਹਿੰਦੇ ਪਤਾ ਨਹੀਂ ਅਰਦਾਸ ਤਾਂ ਕਰਾਈ ਗੁਰੂ ਦੇ ਚਰਨਾਂ, ਪਤਾ ਨਹੀਂ ਸਤਿਗੁਰੂ ਸੁਣਨਗੇ ਕਿ ਨਹੀਂ ਸੁਣਨਗੇ। ਪਹਿਲਾਂ ਹੀ ਸ਼ੰਕਾ ਮਨ ਵਿੱਚ। ਵਿਸ਼ਵਾਸ ਹੁੰਦਾ ਸੀ ਪੁਰਾਤਨ ਸਿੱਖਾਂ ਨੂੰ ਕਿ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ ਅਤੇ ਮੇਰਾ ਗੁਰੂ ਮੇਰੀ ਅਰਦਾਸ ਸੁਣੇਗਾ, ਕਾਰਜ ਰਾਸ ਹੋਵੇਗਾ। ਅਤੇ ਵੱਡੇ ਵੱਡੇ ਕਿਲੇ ਸਰ ਕੀਤੇ ਨੇ ਖਾਲਸੇ ਨੇ ਗੁਰੂ ਸਵਾਰੇ। ਸ਼ੇਰੇ ਪੰਜਾਬ ਮਹਾਰਾਜ ਸ਼ਹੀਦੀ ਸਾਹਿਬ, ਜਦੋਂ ਆਪਾਂ ਇਤਿਹਾਸ ਪੜ੍ਹੀਏ, ਵੱਡੇ ਵੱਡੇ ਕਿਲੇ, ਕਾਲੀ ਫੂਲਾ ਸਿੰਘ ਜੈਸੇ ਅਰਦਾਸ ਬੇਨਤੀ ਕਰਦੇ ਨੇ। ਮਹਾਰਾਜ ਕਹਿੰਦਾ ਹੈ ਕਿ ਨਹੀਂ, ਹਾਲੇ ਬੜਾ ਤੇਜ਼ੀ ਨਾਲ ਪਾਣੀ ਦਾ ਬਹਾਰ ਚੱਲ ਰਿਹਾ ਹੈ, ਨਦੀ ਜਿਹੜੀ ਹੈ ਪਾਣੀ ਘੱਟ ਲੈਣ ਦਿਓ, ਫਿਰ ਅਸੀਂ ਬਾਅਦ ਵਿੱਚ ਇਸ ਨਦੀ ਨੂੰ ਪਾਰ ਕਰਾਂਗੇ। ਅਤੇ ਕਾਲੀ ਫੂਲਾ ਸਿੰਘ ਜੀ ਕਹਿੰਦੇ ਹੁਣ ਅਸੀਂ ਅਰਦਾਸ ਕਰ ਦਿੱਤੀ, ਪਿੱਛੇ ਨਹੀਂ ਮੁੜਦਾ ਖਾਲਸਾ। ਅਰਦਾਸ ਹੋਈ ਹੈ, ਸਰੀਰ ਭਾਵੇਂ ਸਾਡਾ ਚਲਿਆ ਜਾਵੇ, ਖਤਮ ਹੋ ਜਾਵੇ, ਪਰ ਸਿੱਖ ਖਾਲਸਾ ਪਿਛਾਂਹ ਨਹੀਂ ਮੁੜਦਾ। ਅਤੇ ਗੁਰੂ ਘੋੜੇ ਦੇ ਸਮੇਤ ਨਦੀ ਨੂੰ ਪਾਰ ਕਰਕੇ, ਉਹ ਵੱਖਰੀ ਗੱਲ ਹੈ, ਕਾਲੀ ਫੂਲਾ ਸਿੰਘ ਸ਼ਹੀਦ ਹੋ ਗਏ ਸੀ, ਪਰ ਗੁਰੂ ਸਾਹਿਬ ਅਰਦਾਸ ਵਿੱਚ ਇੰਨੀ ਤਾਕਤ ਸੀ ਕਿ ਜਿੱਤ ਪ੍ਰਾਪਤ ਕਰ ਲਈ ਸੀ। ਇਹੋ ਜਿਹੇ ਸਿੱਖ ਸੀ ਪੁਰਾਤਨ ਸਿੱਖ, ਜਿਹਨਾਂ ਨੂੰ ਵਿਸ਼ਵਾਸ ਸੀ ਗੁਰੂ ਉੱਤੇ।
ਭਰੋਸਾ ਸੀ। ਤੇ ਸਤਿਗੁਰੂ ਇੱਥੇ ਬਚਨ ਕਰਦੇ ਹਨ, ਕਹਿੰਦੇ ਉਹ ਪਰਮਾਤਮਾ ਹੀ ਜੋ ਕੁਛ ਕਰੇ ਸੋ ਆਪੇ ਆਪੇ। ਉਹ ਜੋ ਕੁਛ ਕਰਦਾ ਕਹਿੰਦੇ ਆਪ ਹੀ ਕਰਦਾ, ਉਹ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਭਗਤ ਭਾਉ ਗੁਰ ਕੀ ਮਤ ਪੂਰੀ, ਅਨਹਦ ਸ਼ਬਦ ਲਖਾਈ ਹੈ। ਭਗਤ ਭਾਉ, ਭਾਉ ਪ੍ਰੇਮ ਦੇ ਨਾਲ, ਤੇ ਗੁਰੂ ਜਿਹੜੀ ਗੁਰੂ ਦੀ ਮੱਤ ਲੈ ਕੇ ਪ੍ਰੇਮਾ ਜਿਹੜੀ ਭਗਤੀ ਹੈ, ਭਾਉ ਪ੍ਰੇਮ ਦੇ ਸਹਿਤ ਜਿਹੜੀ ਪਰਮੇਸ਼ਰ ਦੀ ਕਰਨੀ ਹੈ। ਕਹਿੰਦੇ ਇਹਦੇ ਰਾਹੀਂ ਕੀ ਹੁੰਦਾ, ਅਨਹਦ ਸ਼ਬਦ ਲਿਖਾ। ਅਨਹਦ ਦਾ ਅਰਥ ਹੈ ਇੱਕ ਰਸ ਬਾਜੇ, ਲਗਾਤਾਰ ਵੱਜਣੇ। ਉਹ ਕਹਿੰਦੇ ਇੱਕ ਰਸ ਬਾਜੇ ਲਗਾਤਾਰ ਉਸ ਪਿਆਰੇ ਦੇ ਅੰਦਰ ਵੱਜਣ ਲੱਗ ਪੈਂਦੇ ਨੇ, ਭਾਵ ਨੂੰ ਉਹ ਬਾਜੇ ਸੁਣਾਈ ਦਿੰਦੇ ਨੇ। ਇਹ ਪ੍ਰਮਾਤਮਾ ਗੁਰੂ ਸਾਹਿਬਾਨ ਲਿਖਾ ਦਿੰਦੇ ਨੇ, ਜਣਾ ਦਿੰਦੇ ਹਨ। ਇਸ ਤਰ੍ਹਾਂ ਉਹਨਾਂ 'ਤੇ ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਅੱਜ ਜੋਤੀ ਜੋਤ ਸਮਾਉਣ ਦਾ ਦਿਹਾੜਾ। ਜਦੋਂ ਆਪ ਜੀ ਨੇ ਪਰਸੋਂ ਸ਼ਰਵਣ ਕੀਤਾ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਗੁਰਗੱਦੀ ਉੱਤੇ ਸਤਿਗੁਰੂ ਜੀ ਬਿਰਾਜਮਾਨ ਹੋਏ ਨੇ। ਜਦੋਂ ਬਿਰਾਜਮਾਨ ਹੋਏ ਤੇ ਸਤਿਗੁਰ ਨੇ ਆਖਿਆ ਕਿ ਪੁਰਖਾ ਸਾਰੀਆਂ ਸੰਗਤਾਂ ਤੇਰੇ ਵੱਲ ਤੱਕ ਰਹੀਆਂ ਨੇ, ਤੂੰ ਸੰਗਤ ਨੂੰ ਉਪਦੇਸ਼ ਦੇਣਾ ਕਰੋ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਨੇਤਰਾਂ ਵਿੱਚੋਂ ਹੰਝੂ ਤਬਕੇ ਬਰਾਗ ਦੇ ਵਿੱਚ ਆਏ। ਆਪਣਾ ਬਚਪਨ ਯਾਦ ਆਇਆ ਕਿ ਬਚਪਨ ਵਿੱਚ ਮੈਂ ਅਨਾਥ ਹੋਇਆ ਸੀ, ਅੱਜ ਮੈਂ ਐਡੀ ਵੱਡੀ ਗੱਦੀ ਦਾ ਮਾਲਕ ਬਣ ਗਿਆ ਜਿਸ ਗੱਦੀ ਦਾ ਕੋਈ ਸਾਨੀ ਨਹੀਂ ਹੈ। ਤੇ ਕਹਿੰਦੇ ਨੇ ਫਿਰ ਸਤਿਗੁਰੂ ਜੀ ਕਹਿਣ ਲੱਗੇ, ਜੋ ਹਮਾਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇੱਥੋਂ ਤੱਕ ਸਤਿਗੁਰੂ ਜੀ ਦਾ ਆਪਾਂ ਰਹਿਰਾਸ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਆ ਨਾ, ਰਹਿਰਾਸ ਸਾਹਿਬ ਦੀ ਪਾਵਨ ਬਾਣੀ ਵਿੱਚ ਹੀ ਪਾਤਸ਼ਾਹ ਬਚਨ ਕਰਦੇ ਹਨ ਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ। ਇੱਥੇ ਵੀ ਪਾਤਸ਼ਾਹ ਨੇ ਆਪਣੇ ਆਪ ਨੂੰ ਆਖਿਆ, ਹਮ ਕੀਰੇ ਕਿਰਮ ਸਤਿਗੁਰ ਸਰਨਾਈ। ਕੀੜਾ ਹੁੰਦਾ ਹੈ ਜਿਹਦੇ ਛੋਟੀ ਜਿਹੀ ਹੱਡੀ ਹੋਵੇ, ਤੇ ਕਿਰਮ ਜਿਹੜੇ ਪਾਣੀ ਵਿੱਚ ਹੁੰਦੇ ਨੇ, ਜਿਹੜਾ ਅੱਜ ਦਾ ਹੱਥ ਉੱਤੇ ਆਪਾਂ ਲਈਏ ਨਾ, ਕਿਰਮ ਨੂੰ ਚੁੱਕੀਏ ਉਂਗਲ ਉੱਤੇ, ਉਹ ਜਦੇ ਖਤਮ ਹੋ ਜਾਂਦਾ, ਬਿਲਕੁਲ ਹੱਡੀ ਤੋਂ ਬਿਨਾਂ ਹੁੰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ, ਹੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਹਮ ਕੀੜੇ, ਅਸੀਂ ਕੀੜੇ ਹਾਂ, ਕਿਰਮ ਹਾਂ, ਸਤਿਗੁਰ ਸ਼ਰਨ ਆਈ, ਤੇ ਤੁਹਾਡੀ ਸ਼ਰਨ ਵਿੱਚ ਆ ਪਾਤਸ਼ਾਹ। ਕਰ ਦਇਆ ਨਾਮ ਪ੍ਰਗਾਸ, ਮੇਰੇ ਉੱਤੇ ਦਇਆ ਕਰ, ਮਿਹਰ ਕਰ, ਮੇਰੇ ਹਿਰਦੇ ਅੰਦਰ ਨਾਮ ਦਾ ਪ੍ਰਗਾਸ਼ ਕਰਨਾ ਕਰ। ਕਿੰਨੀ ਨਿਮਰਤਾ, ਗੱਦੀ ਉੱਤੇ ਬਿਰਾਜਮਾਨ ਹੋ ਗਏ ਨੇ, ਫਿਰ ਵੀ ਗੁਰੂ ਸਰ ਇੰਨੀ ਨਿਮਰਤਾ ਵਿੱਚ ਇਹ ਬਚਨ ਕਰ ਰਹੇ ਨੇ। ਗੁਰਗੱਦੀ ਪ੍ਰਾਪਤ ਹੋਈ। ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪੁੱਤਰ ਬਾਬਾ ਮੋਹਰੀ ਜੀ ਨੇ ਸਜਦਾ ਕੀਤਾ, ਮੋਹਨ ਜੀ ਉੱਥੋਂ ਵਾਪਸ ਚਲੇ ਗਏ। ਅਤੇ ਇਸ ਤਰ੍ਹਾਂ ਸੋਢੀ ਪਾਤਸ਼ਾਹ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ। ਹੁਣ ਸਤਿਗੁਰੂ ਜੀ ਨੇ ਸਾਰੇ ਪਰਿਵਾਰ ਨੂੰ ਇਕੱਤਰ ਕਰ ਲਿਆ। ਗੋਇੰਦਵਾਲ ਸਾਹਿਬ ਧਰਤੀ 'ਤੇ ਸਾਰਾ ਪਰਿਵਾਰ, ਸਤਿਗੁਰੂ ਦੀਆਂ ਸਪੁੱਤਰੀਆਂ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ, ਸਤਿਗੁਰਾਂ ਦੇ ਸਪੁੱਤਰ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਅਤੇ ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਮਹਿਲ ਬੀਬੀ ਰਾਮੋ ਜੀ, ਇਹ ਸਾਰੇ ਇਕੱਤਰ ਹੋ ਗਏ। ਹੋਰ ਜਿੰਨੇ ਵੀ ਸਨ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਚੱਲ ਕੇ ਆਈਆਂ ਸੀ, ਬਹੁਤ ਵੱਡਾ ਇਕੱਠ। ਅਤੇ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਪਾਤਸ਼ਾਹ ਨੇ ਬਚਨ ਕੀਤੇ, ਕਿਉਂ ਨਾ ਅਸੀਂ ਆਪਣਾ ਇਹ ਪੰਜ ਭੂਤਕ ਸਰੀਰ ਤਿਆਗਣਾ ਹੈ। ਜਿੰਨਾ ਕਾਰਜ ਅਸੀਂ ਆਪਣੇ ਸਰੀਰਕ ਆਜੂ ਵਿੱਚ ਰਹਿ ਕੇ ਕਰਨਾ ਸੀ ਅਕਾਲ ਪੁਰਖ ਦੇ ਹੁਕਮ ਮੁਤਾਬਕ, ਉਹ ਕਾਰਜ ਆਪਾਂ ਕਰ ਚੁੱਕੇ ਹਾਂ। ਜਿਹੜੀ ਜੋਤ ਗੁਰੂ ਨਾਨਕ ਦੀ ਜੋਤ ਸਾਡੇ ਵਿੱਚ ਬਿਰਾਜਮਾਨ ਸੀ, ਉਹ ਜੋਤ ਅਸਾਂ ਨੇ ਹੁਣ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਵਿੱਚ ਬਿਰਾਜਮਾਨ ਕਰ ਦਿੱਤੀ ਹੈ। ਇਹਨਾਂ ਵਿੱਚ ਤੇ ਸਾਡੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਹੈ।
ਤੇ ਸਤਿਗੁਰੂ ਕਹਿਣ ਲੱਗੇ ਹੁਣ ਸਾਡਾ ਅੰਤਮ ਸਮਾਂ ਨੇੜੇ ਆ ਗਿਆ ਹੈ, ਕੁਝ ਕੁ ਸਮਾਂ ਬਾਕੀ ਹੈ, ਅਸੀਂ ਪੰਜ ਭੂਤਕ ਸਰੀਰ ਨੂੰ ਤਿਆਗਣਾ ਹੈ। ਉਪਦੇਸ਼ ਦਿੱਤਾ ਸਾਰਿਆਂ ਨੂੰ ਕਿ ਦੇਖੋ, ਪੁੱਤਰ ਮੋਹਰੀ ਨੂੰ ਸਮਝਾਇਆ ਕਿ ਗੁਰੂ ਦੀ ਸ਼ਰਨ ਵਿੱਚ ਰਹਿਣਾ, ਸਿੱਖੀ ਲੈਣੀ ਹੈ, ਸਿੱਖੀ ਲੈ ਕੇ ਸਭ ਕੁਝ ਪ੍ਰਾਪਤ ਹੋਵੇਗਾ। ਤੇ ਇਸ ਤਰ੍ਹਾਂ ਸਾਰਿਆਂ ਨੂੰ ਸਮਝਾਇਆ। ਅਖੀਰ ਤੇ ਪਾਤਸ਼ਾਹ ਨੇ ਜਦੋਂ ਬਚਨ ਕੀਤੇ ਕਿ ਸਾਡੇ ਜੋਤੀ ਜੋਤ ਸਮਾਣ ਤੋਂ ਬਾਅਦ ਕਿਸੇ ਨੇ ਰੋਣਾ ਕੁਰਲਾਣਾ ਨਹੀਂ ਹੈ, ਹਰੀ ਦੀਆਂ ਕਥਾ ਕਹਾਣੀਆਂ ਕਰਨੀਆਂ ਹਨ, ਕੋਈ ਪਿੰਡ ਪੱਤਲ ਕਿਰਿਆ ਇਤਿਆਦਿਕ ਨਹੀਂ ਕਰਨਾ, ਪਿੰਡ ਨਹੀਂ ਭਰਨੇ। ਆਪ ਪਾਤਸ਼ਾਹ ਨੇ ਥਾਂ ਨੀਯਤ ਕਰ ਦਿੱਤੀ ਕਿ ਇਸ ਥਾਂ ਤੇ ਸਾਡੇ ਪੰਜ ਭੂਤਕ ਸਰੀਰ ਦਾ ਸੰਸਕਾਰ ਕਰਨਾ ਹੈ। 1574 ਦੀ ਗੁਰੂਸਰੇ ਘਟਨਾ ਹੈ। ਜੋ ਜਿਵੇਂ ਸਤਿਗੁਰੂ ਨੇ ਅੰਤਮ ਵੇਲੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਨਾ, ਬਾਬਾ ਸੁੰਦਰ ਜੀ ਨੇ ਰਾਮਕਲੀ ਸੱਤ ਦੇ ਵਿੱਚ ਉਹ ਬਿਆਨ ਕੀਤਾ ਹੈ। ਸਤਿਗੁਰੂ ਕਹਿਣ ਲੱਗੇ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛਾ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਅੰਤੇ ਸਤਿਗੁਰ ਬੋਲਿਆ, ਅੰਤਮ ਵੇਲੇ ਅੰਤਮ ਬਚਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕੀਤੇ। ਕੀ ਆਖਿਆ? ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਨਿਰਵਾਣ ਇੱਕ ਰਸ ਲਗਾਤਾਰ, ਮੇਰੇ ਪਿੱਛੋਂ ਤੁਸੀਂ ਕੀਰਤਨ ਕਰਨਾ ਹੈ, ਸਿਰਫ ਸਲਾਹ ਦੇ ਗੀਤ ਗਾਉਣੇ ਨੇ, ਵਡਿਆਈ ਕਰਨੀ ਹੈ ਪਰਮਾਤਮਾ ਦੀ। ਤੇ ਨਾਲ ਹੀ ਕਹਿੰਦੇ ਕੇਸੋ ਗੋਪਾਲ ਪੰਡਤ ਸੱਦਿਓ। ਹੁਣ ਕੇਸੋ ਗੋਪਾਲ ਕੀ ਹੈ? ਬੋਧੀ ਵਾਲੇ ਪੰਡਤ ਦੀ ਪਾਤਸ਼ਾਹ ਨੇ ਗੱਲ ਨਹੀਂ ਕੀਤੀ ਹੈ, ਉਹ ਵੱਖਰੀ ਗੱਲ ਹੈ ਕਿ ਪੁਰਾਣੇ ਸਮਿਆਂ ਵਿੱਚ ਗੁਰੂ ਕਾਲ ਦੇ ਸਮੇਂ ਪੰਡਤ ਲੋਕ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਂਦੇ ਸੀ ਤੇ ਸਤਿਗੁਰ ਦੇ ਚਰਨਾਂ 'ਚ ਬੇਨਤੀਆਂ ਕਰਦੇ ਕਿ ਪਾਤਸ਼ਾਹ ਸਾਡਾ ਰੋਜੀ ਰੋਟੀ ਦਾ ਪ੍ਰਬੰਧ ਤੇ ਕਿਰਪਾ ਕਰਕੇ ਅਸੀਂ ਭਾਗਵਤ ਗੀਤਾ ਪੜ੍ਹੀ ਹੈ, ਸਾਨੂੰ ਗ੍ਰੰਥਾਂ ਬਾਰੇ ਨੌਲੇਜ ਹੈ, ਆਪ ਜੀ ਕਿਰਪਾ ਕਰਕੇ ਇੱਥੇ ਸਾਨੂੰ ਉਪਦੇਸ਼ ਕਰਨ ਦਾ ਹੁਕਮ ਕਰੋ ਤਾਂ ਕਿ ਅਸੀਂ ਸੰਗਤਾਂ ਨੂੰ ਸੁਣਾ, ਸਾਡਾ ਰੋਜੀ ਰੋਟੀ ਆਸਾਨ ਚੱਲ ਪਵੇਗਾ। ਜਦੋਂ ਕੋਈ ਬੇਨਤੀ ਕਰਕੇ ਆਉਂਦਾ ਸੀ, ਪਾਤਸ਼ਾਹ ਬੇਨਤੀ ਪ੍ਰਵਾਨ ਕਰ ਲੈਂਦੇ ਸੀ, ਪਰ ਉੱਥੋਂ ਉਹਨੂੰ ਸਿਖਾਇਆ ਜਾਂਦਾ, ਇੱਥੇ ਜਿਹੜੀ ਸਿੱਖਿਆ ਹੈ ਗੁਰੂ ਨਾਨਕ ਦੇ ਘਰ ਦੀ ਦੇਣੀ ਹੈ, ਆਪਣੀ ਮਨ ਮਤ ਨਹੀਂ ਇੱਥੇ ਚਲਾਣੀ ਹੈ। ਤੇ ਉਹ ਸਤਿਗੁਰੂ ਜੀ ਪਾਤਸ਼ਾਹ ਦੇ ਸਮੇਂ ਬਹੁਤ ਸਾਰੇ ਪੰਡਤ ਜੋ ਸਤਿਗੁਰ ਦਾ ਜੀਵਨ ਦੇਖ ਕੇ ਗੁਰੂ ਪਾਤਸ਼ਾਹ ਜੀ ਐਸੇ ਪ੍ਰਭਾਵਿਤ ਹੋਏ ਸੀ, ਉਹਨਾਂ ਨੇ ਆਪਣੇ ਧਰਮ ਨੂੰ ਛੱਡ ਕੇ ਸਿੱਖ ਧਰਮ ਅਪਣਾ ਲਿਆ ਸੀ, ਬਹੁਤ ਸਾਰੇ ਨੇ। ਤੇ ਇੱਥੇ ਸਤਿਗੁਰੂ ਨੇ ਮੈਂ ਕਹਿੰਦੇ ਕੇਸੋ ਗੋਪਾਲ ਪੰਡਤ ਸੱਦਿਓ। ਕੇਸੋ ਗੋਪਾਲ ਕੌਣ? ਜਿਹੜੇ ਪਰਮੇਸ਼ਰ, ਕੇਸੋ ਅਰਥ ਹੈ ਪਰਮੇਸ਼ਰ ਦਾ। ਜਿਵੇਂ ਆਪਾਂ ਪੜ੍ਹਦੇ ਨਾ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਕੇਸਵ ਕੇਸੋ ਪਰਮੇਸ਼ਰ ਨੂੰ ਆਖਿਆ ਗਿਆ। ਜੇ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੈ ਪੁਕਾਰ। ਇੱਥੇ ਵੀ ਕੇਸੋ ਜਿਹੜਾ ਪਰਮੇਸ਼ਰ ਨੂੰ ਵਰਤਿਆ ਗਿਆ ਨਾਮ, ਕੇਸ਼ਵ ਕੇਸੋ, ਇਹ ਸਾਰੇ ਪਰਮੇਸ਼ਰ ਦੇ ਨਾਮ ਨੇ। ਕੇਸੋ ਗੋਪਾਲ ਪੰਡਤ ਸੱਦਿਓ। ਗੋਪਾਲ ਨਾਮ ਵੀ ਪਰਮੇਸ਼ਰ ਦਾ ਹੈ, ਜਿਹੜਾ ਪਰਮਾਤਮਾ ਦੀ ਸਿਫਤ ਕਰਨ ਵਾਲਾ। ਗੋਪਾਲ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ, ਉਸ ਪਰਮੇਸ਼ਰ ਦਾ ਜਿਹੜਾ ਪੰਡਤ ਕੌਣ ਹੈ? ਉਹਦੇ ਪਿਆਰੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ। ਕਹਿੰਦੇ ਉਹਨਾਂ ਨੂੰ ਸੱਦਣਾ ਭਾਈ, ਉਹਨਾਂ ਪਾਸੋਂ ਕਥਾ ਕਰਾਣੀ ਹੈ, ਗੁਰਮਤਿ ਦੀ ਕਥਾ, ਹਰੀ ਦੀ ਕਥਾ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਕਹਿਣ ਲੱਗੇ ਜਿਹੜੇ ਹਰੀ ਦਾ ਨਾਮ ਜਪਣਾ, ਹਰੀ ਦੀ ਕਥਾ ਕਰਨੀ, ਸਾਡੇ ਲਈ ਕਹਿੰਦੇ ਇਹੀ ਵੇਦ ਪੁਰਾਣ ਨੇ, ਗਰੜ ਪੁਰਾਣ ਹੈ। ਕਹਿੰਦੇ ਗੁਰੂ ਪਾਤਸ਼ਾਹ ਕਹਿਣ ਲੱਗੇ ਇਹੀ ਗਰੜ ਪੁਰਾਣ ਹੈ ਤੇ ਸਾਡੇ ਲਈ ਕਹਿੰਦੇ ਇਸ ਤਰ੍ਹਾਂ ਕਹਿੰਦੇ ਸਿੱਖੋ, ਗੁਰਬਾਣੀ ਦੀ ਕਥਾ ਕਰਨੀ ਹੈ, ਗੁਰਬਾਣੀ ਦੀ ਵਿਚਾਰ ਕਰਾਣੀ ਹੈ, ਗੁਰੂ ਦੀਆਂ ਕਥਾ ਕਹਾਣੀਆਂ ਕਰਨੀਆਂ ਨੇ, ਉਹ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ ਕਰਨੀ। ਫਿਰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਕਹਿਣ ਲੱਗੇ ਭਾਈ ਕੋਈ ਆਮ ਤੌਰ 'ਤੇ ਜਦੋਂ ਜੀਵ ਚੜ੍ਹਾਈ ਕਰਦਾ ਹੈ,
ਚੜ੍ਹਾਈ ਕਰਨ ਤੋਂ ਬਾਅਦ ਫਿਰ ਜੀਵ ਦੇ ਪਿੰਡ ਪੱਤਲ ਭਰੇ ਜਾਂਦੇ ਨੇ। ਉਹ ਸਾਰੀ ਕਿਰਿਆ ਹਿੰਦੂ ਮਤ ਅਨੁਸਾਰ ਕੀਤੀ ਜਾਂਦੀ ਹੈ ਤੇ ਪਾਤਸ਼ਾਹ ਕਹਿੰਦੇ ਕੋਈ ਪਿੰਡ ਪੱਤਲ ਨਹੀਂ ਕਾ ਭਰਨਾ। ਅਸੀਂ ਸਿੱਖਾਂ ਨੂੰ ਸਾਦਗੀ ਵਾਲਾ ਜੀਵਨ ਦੱਸ ਕੇ ਗਏ। ਗੁਰੂ ਨਾਨਕ ਪਾਤਸ਼ਾਹ ਨੇ ਸਾਦਗੀ ਵਾਲਾ ਜੀਵਨ ਬਤੀਤ ਕੀਤਾ ਹੈ ਤੇ ਅੰਤਮ ਰਸਮਾਂ ਵੀ ਸਾਦਗੀ ਵਾਲੀਆਂ ਹੋਣੀਆਂ ਚਾਹੀਦੀਆਂ ਨੇ। ਸਾਡੇ ਬਾਅਦ ਕੀਰਤਨ ਹੋਵੇ, ਕਥਾ ਹੋਵੇ, ਗੁਰੂ ਕੇ ਲੰਗਰ ਅਤੁੱਟ ਵਰਤਣ। ਜਿੱਥੇ ਗੁਰੂ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਉੱਥੇ ਸ਼ਬਦ ਦਾ ਲੰਗਰ ਵੀ ਲਾਉਣਾ ਹੈ ਤੇ ਪਾਤਸ਼ਾਹ ਨੇ ਬਚਨ ਕੀਤੇ ਕਿ ਸ਼ਬਦ ਦਾ ਲੰਗਰ ਲਾਉਣਾ ਨਾਲ ਜਿਹੜਾ ਆਵੇ ਉਹਨੂੰ ਸ਼ਬਦ ਦਾ ਲੰਗਰ ਛਕਾਉਣਾ। ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਮਨ ਦੀ ਭੁੱਖ ਵੀ ਦੂਰ ਕਰਨੀ ਹੈ ਤੇ ਤਨ ਦੀ ਭੁੱਖ ਵੀ ਦੂਰ ਕਰਨੀ ਹੈ। ਇਹ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਉਪਦੇਸ਼ ਦਿੱਤਾ। ਫਿਰ ਗੁਰੂ ਸਵਾਰਿਓ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਰਨ ਤਿਆਰੀ ਕੀਤੀ ਹੈ। ਸਾਰੇ ਇਕੱਠੇ ਹੋਏ ਨੇ। ਗੁਰੂ ਪਾਤਸ਼ਾਹ ਮਹਾਰਾਜ ਨੇ ਗੁਰੂ ਸਰ ਛਿਣ ਮਾਤਰ ਦੇ ਕਹਿੰਦੇ ਜਪਜੀ ਇਤਿਹਾਸਕਾਰ ਲਿਖਦੇ ਨੇ ਕਿ ਜਪਜੀ ਸਾਹਿਬ ਦਾ ਪਾਠ ਕੀਤਾ ਪਾਤਸ਼ਾਹ ਨੇ ਪਹਿਲਾਂ ਤੇ ਜਪਜੀ ਸਾਹਿਬ ਦਾ ਪਾਠ ਕਰਨ ਉਪਰੰਤ ਫਿਰ ਸਤਿਗੁਰੂ ਜੀ ਨੇ ਛਿਣ ਮਾਤਰ ਦੇ ਵਿੱਚ ਹੀ ਆਪਣੇ ਸਰੀਰ ਨੂੰ ਚਿੱਟੇ ਵਸਤਰ ਨਾਲ ਢੱਕ ਲਿਆ, ਕੱਜ ਲਿਆ। ਵਸਤਰ ਨਾਲ ਸਰੀਰ ਨੂੰ ਕੱਜਣ ਤੋਂ ਬਾਅਦ ਛਿਣ ਮਾਤਰ ਵਿੱਚ ਚੋਜੀ ਪ੍ਰੀਤਮ ਪਾਤਸ਼ਾਹ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੁਈ ਏਕ, ਰੋਬਨ ਹਾਰੇ ਕੀ ਕਵਨ ਟੇਕ। ਇੰਜ ਗੁਰੂ ਸਵਾਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਸੰਨ 1574 ਦੇ ਵਿੱਚ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ। ਸਤਿਗੁਰੂ ਜੋਤੀ ਜੋਤ ਸਮਾਏ ਨੇ। ਜੋਤੀ ਜੋਤ ਸਮਾਣ ਤੋਂ ਬਾਅਦ ਹੁਣ ਸੰਗਤਾਂ ਦਾ ਪ੍ਰੇਮ ਸੀ ਗੁਰੂ ਪਾਤਸ਼ਾਹ ਦੇ ਨਾਲ। ਕੁਦਰਤੀ ਤੌਰ 'ਤੇ ਗੁਰੂ ਪਾਤਸ਼ਾਹ ਬਚਨ ਕਰਕੇ ਗਏ, ਰੋਣਾ ਨਹੀਂ, ਕੁਰਲਾਣਾ ਨਹੀਂ ਕਿਸੇ ਨੇ, ਪਰ ਫਿਰ ਵੀ ਸੰਗਤਾਂ ਦੇ ਮਨ ਵਿੱਚ ਵਿਰਾਗ ਪੈਦਾ ਹੋਇਆ। ਜਦੋਂ ਵਿਰਾਗਮਈ ਅਵਸਥਾ ਸੰਗਤਾਂ ਪਹੁੰਚੀਆਂ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੈਸੇ ਗੁਰੂ ਕੇ ਸਿੱਖ ਉਹ ਸਮਝਾਉਣ ਲੱਗੇ, ਤੁਸੀਂ ਹੁਣੇ ਤਾਂ ਗੁਰੂ ਪਾਤਸ਼ਾਹ ਜੀ ਬਚਨ ਕਰਕੇ ਗਏ ਨੇ, ਹੁਣ ਸਤਿਗੁਰੂ ਨੇ ਬਚਨ ਕੀਤੇ, ਸਾਤੇ ਬਾਅਦ ਕਿਸੇ ਰੋਣਾ ਨਹੀਂ ਹੈ। ਮਤ ਮੈਂ ਪਿੱਛੇ ਰੋਬ ਸੀ, ਸੋ ਮੈਂ ਮੂਲ ਨਾ ਭਾਇਆ। ਰੋਣਾ ਨਹੀਂ ਹੈ, ਉਹ ਮੈਨੂੰ ਚੰਗਾ ਨਹੀਂ ਲੱਗ। ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਫਿਰ ਭਾਈ ਰੋਣਾ ਛੱਡ ਦਿਓ, ਬਾਣੀ ਪੜ੍ਹੋ, ਸਿਮਰਨ ਕਰੋ ਤੇ ਇਹਦੇ ਵਿੱਚ ਹੀ ਤੁਹਾਡਾ ਭਲਾ ਹੈ। ਤੇ ਅੰਤਮ ਕਿਰਿਆ ਇਸ ਤਰ੍ਹਾਂ ਗੁਰੂ ਸਰੇ ਫਿਰ ਪੰਜ ਭੂਤਕ ਸਰੀਰ ਦਾ ਇਸ਼ਨਾਨ ਕਰਾਇਆ ਗਿਆ। ਇਸ਼ਨਾਨ ਕਰਾਉਣ ਉਪਰੰਤ ਚੰਦਨ ਦੀ ਚਿਖਾ ਤਿਆਰ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪੰਜ ਭੂਤਕ ਸਰੀਰ ਦਾ ਸੰਸਕਾਰ ਕੀਤਾ ਗਿਆ। ਤੇ ਇਸ ਤਰ੍ਹਾਂ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਜੋਤੀ ਜੋਤ ਸਮਾਣ ਦਾ ਦਿਵਸ ਦਿਹਾੜਾ ਹੈ। ਸਾਡੇ ਇਹ ਦਿਨ ਦਿਹਾੜੇ ਮਨਾਏ ਹੋਏ ਤਾਂ ਸਫਲੇ ਹੋ ਸਕਦੇ ਹਨ ਜੇ ਆਪਾਂ ਸਾਹਿਬਾਂ ਵੱਲੋਂ ਪਾਏ ਹੋਏ ਪੂਰਨਿਆਂ 'ਤੇ ਚੱਲੀਏ, ਸਾਹਿਬਾਂ ਦੀ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ। ਫਿਰ ਗੁਰੂ ਸਵਾਰੇ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪਾਤਸ਼ਾਹ ਬਖਸ਼ਿਸ਼ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ ਵਿੱਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸ਼ਰਨ